द सिख व्यू पॉइंट चैनल देख रहे सारे दर्शकों का मैं मेहर सिंह स्वागत करदा जी। वाहिगुरू जी का खालसा वाहिगुरू जी की फतेह। असी पिछली वीडियो के विच कामरेड विचारधारा ते फलसफे की गलबात की सी। अज के प्रोग्राम के विच गलबात नूं अगे तोरांगे तो जिद्दां ही कामरेड जिक्र करते हैं कि दो जिहड़े वड्डे इनकलाब होए ने, एक रूस का ते चीन के इनकलाब की गल बहुत ज़्यादा उन्होंने वालों की जाती है। तो उत्थों ही उन्हों का कहना कि मार्क्स की जिहड़ी विचारधारा उस तो प्रभावित होकर लोगों के जिहड़ा जनून पैदा होया तो उस तो बाद ही जिहड़ा वो बगावत उन्होंने शुरू की। तो अगे फिर एक इनकलाब का जिक्र होर आउंदा जिहड़ा फ्रांस के इनकलाब की गलबात कर दिंदे आ। उस इनकलाब ने वड्डा बदल जिहड़ा संसार दे विच वो कीता, सिस्टम दे विच कीता। ते असीं अज जाणांगे कि इस विचारधारा ने की प्रभाव पाया, उस समय उत्थे स्थिति की सी, किहो जिहे हालात पैदा होए जित्थों वो इनकलाब उठिया। सो जानने के लिए गलबात करने के लिए साडे नाल मौजूद ने सिख राजनीतिक विश्लेषक सरदार अजमेर सिंह जी। स्वागत करते हैं जी। वाहिगुरू जी का खालसा वाहिगुरू जी की फतेह। बापू जी, पिछली वीडियो च आपां गलबात की सी कामरेड विचारधारा ते फलसफे की। अज असीं लड़ी नूं अगे तोरदे होइआं गलबात करांगे जिहड़े वड्डे इनकलाब होए ने दो, जिन्हां दा जिक्र कामरेड अक्सर करदे ने कि चीन का तो रूस का तो चीन का, पहला रूस का फिर चीन का इनकलाब जोड़ा होया उसने बड़ा बदलाव लैके आया उन्हों का कहने के मुताबिक। तो कहते वो विचारधारा जी मार्क्स की सी उसके प्रभाव हेठ आके लोगों ने असर कबूल के उस चीज़ का तो उत्थे वो इनकलाब शुरू किया। की सच्चाई है, की कारण बने, उत्थे की स्थिति सी? देखो, सब तो पहला होया रूस का इनकलाब जी जी, वो 1917 च होया। जिहड़ा चीन का इनकलाब है वो जाके 1949 ਦੇ ਵਿੱਚ ਮੁਕੰਮਲ ਹੋਇਆ। ਉਹ ਲੰਮੀ ਲੜਾਈ ਚੱਲੀ, ਉਹ ਹੋਰ ਕਿਸਮ ਦਾ ਸੀਗਾ। ਦੋਹੇ ਇਨਕਲਾਬਾਂ ਦਾ ਆਪਸ ਵਿੱਚ ਹੀ ਬਹੁਤ ਫਰਕ ਸੀ, ਉਹ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਪਰ ਰੂਸ ਦੇ ਇਨਕਲਾਬ ਨੂੰ ਸਮਝਣ ਵਾਸਤੇ ਥੋੜਾ ਸਾਨੂੰ ਪਿਛੋਕੜ 'ਚ ਜਾਣਾ ਪਊ ਜੀ ਕਿ ਕਾਰਲ ਮਾਰਕਸ ਤੇ ਫਰੈਡਰਿਕ ਐਂਗਲਸ ਨੇ, ਉਹਦਾ ਸਾਥੀ ਸੀਗਾ, ਉਹਨਾਂ ਨੂੰ ਇਕੱਠੇ ਹੀ ਜਾਣਿਆ ਜਾਂਦਾ। ਉਹਨਾਂ ਨੇ ਜੋ ਫਲਸਫਾ ਦਿੱਤਾ ਉਹ ਹੁਣ ਜਿਹੜਾ ਫਲਸਫਾ ਸੀ ਉਹ ਕਹਿੰਦੇ ਵੀ ਇਹ ਸੀ ਵੀ ਇਟਸ ਏ ਗਾਈਡ ਟੂ ਐਕਸ਼ਨ, ਵੀ ਇਹ ਰਾਹ ਦਰਸਾਵਾ ਹੈ ਜੀ ਤੁਹਾਨੂੰ ਅਮਲ ਦੇ ਵਿੱਚ ਜੀ ਜੀ ਸਮਾਜ 'ਚ ਤਬਦੀਲੀ ਲਿਆਉਣ ਲਈ। ਤੇ ਉਹ ਬਣਿਆ ਵੀ, ਉਹਦਾ ਇੱਕ ਇੰਪੈਕਟ ਪਿਆ ਇਤਿਹਾਸ ਦੇ ਉੱਤੇ, ਕਿਉਂਕਿ ਕੋਈ ਵੀ ਵਿਚਾਰਧਾਰਾ ਦੀ ਸਾਰਥਕਤਾ ਉਦੋਂ ਬਣਦੀ ਹੈ ਜਦੋਂ ਉਹਦਾ ਕੋਈ ਇਤਿਹਾਸ ਦੇ ਉੱਤੇ ਪ੍ਰਭਾਵ ਅਸਰ ਪੈਂਦਾ। ਉਹ ਕਿਵੇਂ ਪਿਆ, ਕਿੰਨਾ ਕੁ ਪੋਜ਼ੀਟਿਵ ਪਿਆ, ਕਿੰਨਾ ਕੁ ਨੈਗੇਟਿਵ ਪਿਆ, ਇਹ ਮੁਲਾਂਕਣ ਚੱਲਦਾ ਰਹਿੰਦਾ। ਸੋ ਇਹ ਹੁਣ ਜਿਹੜਾ ਕਾਰਲ ਮਾਰਕਸ ਸੀ ਜੀ, ਉਸ ਨੇ ਆਪਦਾ ਜੋ ਸਿਧਾਂਤ ਦਿੱਤਾ ਸੀਗਾ, ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ, ਵੀ ਉਹ ਸਾਰਾ ਕਲਾਸ ਸਟਰਗਲ ਦੇ ਦੁਆਲੇ ਘੁੰਮਦਾ ਸੀਗਾ, ਜਮਾਤੀ ਸੰਘਰਸ਼। ਇਹ ਸਾਰੀ ਦੁਨੀਆ ਦਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਹੀ ਇਤਿਹਾਸ ਹੈ। ਤੇ ਇਦੋਂ ਬਾਅਦ ਹੁਣ ਜਿਹੜੀ ਮਜ਼ਦੂਰ ਜਮਾਤ ਹੈ ਉਹਦਾ ਹੀ ਬਸ ਭਵਿੱਖ ਹੈ। ਸੋ ਨੈਕਸਟ ਪੜਾਅ ਜਿਹੜਾ ਹੋਊਗਾ ਉਹ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਵੀ ਇਨਕਲਾਬ ਆਉਣਗੇ। ਅਤੇ ਮਾਰਕਸ ਦਾ ਐਕਚੁਅਲੀ ਇਹ ਸੀ ਕਿ ਇਹ ਜਿਹੜਾ ਇਨਕਲਾਬ ਹੋਊਗਾ ਇਹ ਕਿਸੇ ਇੱਕ ਦੇਸ਼ 'ਚ ਨਹੀਂ ਆਉਣਾ, ਇਹ ਇਕੱਠਾ ਆਊ ਸੰਸਾਰ ਇਨਕਲਾਬ। ਸੰਸਾਰ ਤੋਂ ਉਹਨਾਂ ਦਾ ਭਾਵ ਸੀ ਯੂਰਪ, ਬਾਕੀ ਨੂੰ ਉਹ ਬਹੁਤਾ ਨਹੀਂ ਸੀ ਸਮਝਦੇ। ਉਹਨਾਂ ਵਾਸਤੇ ਯੂਰਪੀ ਸੰਸਾਰ ਸੀ, ਉੱਥੇ ਪੂੰਜੀਵਾਦ ਪੈਦਾ ਹੋਇਆ ਸੀ, ਉੱਥੇ ਮਜ਼ਦੂਰ ਜਮਾਤ ਪੈਦਾ ਹੋਈ ਸੀ। ਬਾਕੀ ਥਾਵਾਂ 'ਤੇ ਤਾਂ ਅਜੇ ਬਹੁਤ ਪੂੰਜੀਵਾਦ ਪੈਦਾ ਵੀ ਨਹੀਂ ਸੀ ਹੋਇਆ, ਜਾਂ ਅਜੇ ਮਜ਼ਦੂਰ ਜਮਾਤ ਓਡੀ ਤਾਕਤ ਬਣ ਕੇ ਉੱਭਰ ਕੇ ਸਾਹਮਣੇ ਨਹੀਂ ਆਈ ਸੀ। ਯੂਰਪ ਦਾ ਕਾਰਨ ਇਹ ਸੀ ਕਿ ਪੜ੍ਹੇ ਲਿਖੇ ਉੱਧਰ ਸੀਗੇ? ਨਹੀਂ, ਉਹਦੇ ਕਾਰਨ ਤਾਂ ਖੈਰ ਬੜੇ ਇਤਿਹਾਸਕ ਹੋਣਗੇ, ਪਰ ਇਹ ਹੈ ਬਈ ਯੂਰਪ ਦੇ ਵਿੱਚ ਪੂੰਜੀਵਾਦ ਸਭ ਤੋਂ ਪਹਿਲਾਂ ਆ ਗਿਆ। ਉਹਦੇ ਕਾਰਨ ਤਾਂ ਬੜੇ ਹੋਣਗੇ, ਮਤਲਬ ਹੋਰ ਜੀ। ਅਤੇ ਕਿਉਂਕਿ ਐਨਲਾਈਟਨਮੈਂਟ ਉੱਥੇ ਆਈ, ਨਵੇਂ ਵਿਚਾਰ ਆਏ, ਨਵੀਂ ਟੈਕਨਾਲੋਜੀ, ਉਹ ਸਾਰੇ ਕੁਛ ਦਾ ਕੇਂਦਰ ਯੂਰਪ ਬਣ ਗਿਆ, ਵਿਚਾਰਾਂ ਦਾ ਵੀ ਅਤੇ ਟੈਕਨਾਲੋਜੀ ਦਾ ਵੀ। ਸੋ ਉੱਥੇ ਫਿਰ ਮਤਲਬ ਹੁਣ ਕਾਰਲ ਮਾਰਕਸ ਨੇ ਜੋ ਮਾਡਲ ਦਿੱਤਾ ਸੀਗਾ ਉਹ ਅਜੇ ਹੁਣ ਅਮਲ 'ਚ ਟੈਸਟ ਹੋਣਾ ਸੀ। ਸੋ ਮਾਰਕਸ ਵੀ ਇਹ ਕਰਦਾ ਰਿਹਾ ਵੀ ਜਿਉਂ-ਜਿਉਂ ਉਹ ਪ੍ਰੈਕਟਿਸ ਦੇਖਦਾ ਰਿਹਾ ਉਹ ਆਪਦੇ ਵਿਚਾਰਾਂ ਨੂੰ ਮੋਡੀਫਾਈ ਵੀ ਕਰਦਾ ਰਿਹਾ। ਪਹਿਲਾਂ ਕੁਛ ਗੱਲਾਂ ਓਪਨ ਐਂਡਡ ਛੱਡੀਆਂ ਜਾਂ ਕੁਛ ਹੋਰ ਤਰ੍ਹਾਂ ਦੀਆਂ ਧਾਰਨਾਵਾਂ, ਉਹ ਜਦੋਂ ਅਮਲ 'ਚ ਦੇਖਿਆ ਲਾਗੂ ਹੁੰਦਾ ਜਾਂ ਲੋਕ ਕਬੂਲਦੇ ਨੇ ਕਿ ਨਹੀਂ, ਲੋਕ ਕਬੂਲਣ ਨਾਲੋਂ ਵੱਧ ਅਮਲ ਕੀ ਪ੍ਰੂਵ ਕਰਦਾ। ਸੋ ਜਿਵੇਂ ਇਹ ਹੈ ਕਿ ਪਹਿਲਾਂ ਉਹਦੀ ਇਹ ਧਾਰਨਾ ਸੀਗੀ ਕਿ ਕਮਿਊਨਿਸਟ ਆਪਦੀ ਕੋਈ ਅਲੱਗ ਪਾਰਟੀ ਨਹੀਂ ਬਣਾਉਣਗੇ। ਆਲਰੇਡੀ ਜਿਹੜੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ, ਮਜ਼ਦੂਰਾਂ ਦੀਆਂ ਐਸੋਸੀਏਸ਼ਨਸ ਬਣੀਆਂ ਹੋਈਆਂ ਸੀਗੀਆਂ,
ਤੇ ਉਹਦੇ ਵਿੱਚ ਹੀ ਕੰਮ ਕਰਾਂਗੇ। ਉਹਦੇ 'ਚ ਬਹੁਤ ਅੱਡ-ਅੱਡ ਵਿਚਾਰਧਾਰਕ ਕਰੰਟ ਸੀਗੇ ਜਿਹੜੇ ਚੱਲ ਰਹੇ ਸੀ। ਉਹ 'ਚ ਅਨਾਰਕਿਸਟ ਵੀ ਸੀ, ਉਹ 'ਚ ਸੋਸ਼ਲਿਸਟ ਵੀ ਸੀ, ਉਹਦੇ 'ਚ ਫੈਮਿਨਿਸਟ ਵੀ ਸੀ। ਮਤਲਬ ਕਈ ਕਿਸਮ ਦੇ ਇਸ ਤਰ੍ਹਾਂ ਦੇ ਐਲੀਮੈਂਟ ਉਹ ਇਕੱਠੇ ਹੀ ਮਜ਼ਦੂਰ ਜਮਾਤ ਦੀ ਲਹਿਰ ਦਾ ਹਿੱਸਾ ਸੀ। ਸੋ ਇਹਨਾਂ ਦਾ ਇਹ ਸੀ ਕਿ ਅਸੀਂ ਆਪਦੀ ਕਮਿਊਨਿਸਟ ਪਾਰਟੀ ਅਲੱਗ ਨਹੀਂ ਬਣਾਉਣੀ, ਅਸੀਂ ਉਹਦੇ ਵਿੱਚ ਹੀ ਕੰਮ ਕਰਾਂਗੇ। ਸੋ ਪਹਿਲਾਂ ਜਿਹੜੀ ਉਹਨਾਂ ਨੇ, ਪਰ ਫਿਰ ਕੀ ਹੋਇਆ ਕਿ ਜਦੋਂ 1871 ਦੇ ਵਿੱਚ ਇੱਕ ਪੈਰਿਸ ਦੇ ਵਿੱਚ ਬਗਾਵਤ ਹੋ ਗਈ ਵੱਡੀ, ਫਰਾਂਸ 'ਚ। ਫਰਾਂਸ ਦਾ ਤੇ ਜਰਮਨੀ ਦੀ ਜੰਗ ਲੱਗ ਗਈ। ਉਸ ਜੰਗ ਦੇ ਵਿੱਚ ਫਰਾਂਸ ਦੀ ਹਾਰ ਹੋਣੀ ਸ਼ੁਰੂ ਹੋ ਗਈ। ਉਸ ਹਾਰ ਦਾ ਇੰਪੈਕਟ ਬੜਾ ਪਿਆ ਕਿਉਂਕਿ ਉਸ ਮੌਕੇ ਉੱਥੇ ਐਂਪਰਰ ਨਪੋਲੀਅਨ III ਉਹ ਰਾਜ ਕਰ ਰਿਹਾ ਸੀ ਤੇ ਉਹ ਜਰਮਨੀ ਜੰਗ ਦੇ ਮੋਰਚਿਆਂ ਤੇ ਉਹਨੂੰ ਇੰਨਾ ਪਿੱਛੇ ਹਟਣਾ ਪਿਆ ਜਾਂ ਇੰਨੀਆਂ ਹਾਰਾਂ ਦੇਖਣੀਆਂ ਪਈਆਂ ਵੀ ਈਵਨ ਉਹ ਐਂਪਰਰ ਵੀ ਗ੍ਰਿਫਤਾਰ ਹੋ ਗਿਆ, ਉਹਨਾਂ ਦੇ ਕਾਬੂ ਆ ਗਿਆ। ਤੇ ਫਿਰ ਜਿਹੜੀ ਉਹ ਸੀਗੀ ਐਂਪਰੈਸ ਰਾਣੀ, ਉਹ ਦੇਸ਼ ਛੱਡ ਕੇ ਭੱਜ ਗਈ ਤੇ ਲੋਕਾਂ ਦੇ ਵਿੱਚ ਬੜੀ ਮਤਲਬ ਬੇਚੈਨੀ ਤੇ ਔਰ ਗੁੱਸਾ ਪੈਦਾ ਹੋਇਆ ਸਾਰੇ ਕੁਝ ਦੇ ਖਿਲਾਫ। ਤੇ ਉਸ ਮੌਕੇ ਜਿਹੜਾ ਪੈਰਿਸ ਸੀ, ਇੱਥੇ ਨੈਸ਼ਨਲ ਗਾਰਡਸ ਕਹਿੰਦੇ ਸੀ ਕਿ ਜਿਹੜੇ ਫੌਜੀ ਇਹਨੂੰ ਬਚਾ ਕਰ ਰਹੇ ਸੀ, ਪੈਰਿਸ ਦਾ ਬਚਾ ਕਰ ਰਹੇ, ਪੈਰਿਸ ਦਾ। ਉਸ ਮੌਕੇ ਜਿਹੜਾ ਸੀ ਨਾ ਫਰਾਂਸ, ਉਹ ਅੱਜ ਵਾਂਗੂ ਨਹੀਂ ਸੀ। ਜਿਹੜੇ ਉਹਦੇ ਅੱਡ ਸ਼ਹਿਰ ਸੀ ਉਹ ਕਾਫੀ ਹੱਦ ਤੱਕ ਆਟੋਨਮਸ ਵੀ ਸੀਗੇ, ਸਵੈ ਪ੍ਰਸ਼ਾਸਨ, ਮਤਲਬ ਦੇ ਫੰਡ ਇਕੱਠੇ ਕਰਨੇ, ਵਰਤਨੇ, ਉਹ ਸਾਰੇ ਅਧਿਕਾਰ ਉਹਨਾਂ ਨੂੰ ਸੀ। ਸਗੋਂ ਪੈਰਿਸ ਨੂੰ ਅਜੇ ਘੱਟ ਦਿੱਤੇ ਸੀ ਇਹਨਾਂ ਨੇ, ਪੈਰਿਸ ਤੋਂ ਥੋੜ੍ਹਾ ਡਰਦੇ ਸੀਗੇ। ਇੱਕ ਤਾਂ ਬਹੁਤ ਵੱਡਾ ਸ਼ਹਿਰ ਸੀ। ਉਸ ਮੌਕੇ ਉਹਦੀ ਜਿਹੜੀ ਵਸੋਂ ਹੈ 1870 'ਚ ਉਹ 20 ਲੱਖ ਸੀ ਤੇ 20 ਲੱਖ ਦੇ ਵਿੱਚੋਂ 5 ਲੱਖ ਇੰਡਸਟਰੀਅਲ ਵਰਕਰ ਸੀ ਤੇ 1.5-2 ਲੱਖ ਬਾਕੀ ਜਿਹੜੇ ਮੁਲਾਜ਼ਮ ਕਹਿ ਲਓ ਹੋਰ ਖੇਤਰਾਂ 'ਚ ਕੰਮ ਕਰਦੇ, ਤੇ 1 ਲੱਖ ਦੇ ਲਗਭਗ ਜਿਹੜੇ ਪ੍ਰਵਾਸੀ ਸਮਝ ਲਓ ਇਮੀਗ੍ਰੈਂਟਸ ਉਹ ਆਏ ਹੋਏ ਸੀ। ਸੋ ਉੱਥੇ ਮਤਲਬ ਉਹ ਇੱਕ ਗੜ੍ਹ ਸੀ ਮਜ਼ਦੂਰ ਜਮਾਤ ਦਾ, ਇੰਡਸਟਰੀ ਦਾ, ਟ੍ਰੇਡ ਦਾ ਤੇ ਮਜ਼ਦੂਰ ਜਮਾਤ ਦਾ। ਸੋ ਮਾਰਕਸ ਦੀ ਜਿਹੜੀ ਵਿਚਾਰਧਾਰਾ ਸੀ, ਇਕੱਲੀ ਮਾਰਕਸ ਦੀ ਨਾ ਕਹੀਏ, ਯੂਰਪ ਦੇ ਵਿੱਚ ਉਸ ਮੌਕੇ ਜੋ ਵਿਚਾਰਧਾਰਕ ਲਹਿਰਾਂ ਚੱਲ ਰਹੀਆਂ ਸੀ, ਜਿਹੋ ਜਿਹੇ ਹਾਲਾਤ ਬਣ ਰਹੇ ਸੀ, ਜਿਹੇ ਜਿਹੇ ਬਣ ਰਹੇ ਸੀਗੇ, ਉਹਦੇ ਚੋਂ ਬੜਾ ਕੁਝ ਚੱਲਿਆ। ਇਹ ਮਾਰਕਸ ਇਕੱਲਾ ਨਹੀਂ ਸੀਗਾ, ਮਤਲਬ ਇਹਦੇ ਮੁਕਾਬਲੇ ਦੇ ਲੀਡਰ ਬਹੁਤ ਸੀਗੇ ਤੇ ਉਹ ਆਪਦੀਆਂ ਲੈ ਕੇ ਆਏ ਸੀ, ਜਿਨ੍ਹਾਂ ਨੂੰ ਕੁਛ ਨੂੰ ਅਨਾਰਕਿਸਟ ਕਹਿ ਲਓ, ਕਿਸੇ ਨੂੰ ਮਤਲਬ ਲਿਬਰਲ ਕਹਿ ਲਓ, ਕਿਸੇ ਨੂੰ ਕੁਛ ਕਹਿ ਲਓ, ਜਾਂ ਲੈਫਟ ਆਫ ਦੀ ਲਿਬਰਲ। ਇਹ ਕਈ ਕਿਸਮ ਦੇ ਵਿਚਾਰਧਾਰਕ ਉਹ ਕਰੰਟ ਚੱਲ ਰਹੇ ਸੀ। ਸੋ ਉਹਦਾ ਅਸਰ ਸੀਗਾ ਉੱਥੇ, ਜਿਹਨੂੰ ਆਪਾਂ ਕਹਿ ਲਈਏ ਵੀ ਪੈਰਿਸ ਦੇ ਵਿੱਚ ਜਿਹੜੀ ਰੈਡੀਕਲ ਵਿਚਾਰਧਾਰਾ, ਇਨਕਲਾਬੀ ਵਿਚਾਰਧਾਰਾ, ਉਹਦਾ ਅਸਰ ਬਹੁਤ ਪੈ ਗਿਆ ਤੇ ਉਹਦੇ 'ਚ ਮਾਰਕਸ ਦਾ ਵੀ ਸੀਗਾ, ਮਾਰਕਸ ਦੀ ਵਿਚਾਰਧਾਰਾ ਦਾ ਵੀ। ਤੇ ਉਹਨੂੰ ਪੈਰਿਸ ਨੂੰ ਕਰ ਰਹੇ ਸੀਗੇ ਪ੍ਰੋਟੈਕਟ ਜਿਹੜੇ ਨੈਸ਼ਨਲ ਗਾਰਡਸ, ਉਹ ਉਲਟ ਹੋ ਗਏ ਫ੍ਰੈਂਚ ਆਰਮੀ ਦੀ ਤੇ ਉਹ ਸਗੋਂ ਲੋਕਾਂ ਨਾਲ ਆ ਰਹੇ ਤੇ ਮਜ਼ਦੂਰ ਜਮਾਤ ਉੱਥੇ ਪਹਿਲਾਂ ਹੀ ਜਥੇਬੰਦ ਕਾਫੀ ਹੱਦ ਤੱਕ ਸੀਗੀ ਉੱਥੇ, ਮਤਲਬ ਚੱਲ ਰਹੀ ਸੀ ਸਟਰਗਲ। ਤਾਂ ਹੋਇਆ ਕਿ ਜੀ ਉਹਨਾਂ ਨੇ 18 ਮਾਰਚ 1871 ਨੂੰ ਪੈਰਿਸ ਤੇ ਕਬਜ਼ਾ ਕਰ ਲਿਆ, ਐਲਾਨ ਕਰਤਾ ਵੀ ਹੁਣ ਪੈਰਿਸ ਸਾਡੇ ਕਬਜ਼ੇ 'ਚ ਹੈ। ਤੇ 70 ਦਿਨ ਪੈਰਿਸ ਉਹਨਾਂ ਦੇ ਕਬਜ਼ੇ 'ਚ ਰਿਹਾ। ਉਹ 70 ਦਿਨਾਂ 'ਚ ਉਹਨਾਂ ਨੇ ਆਪਦੇ ਫਤਵੇ ਜਾਰੀ ਕੀਤੇ, ਆਪਦੇ ਕਾਨੂੰਨ ਬਣਾਏ, ਆਪਦੇ ਫੈਸਲੇ ਲਏ। ਤੇ ਉਹ ਜਿਹੜੀ ਸੀਗੀ ਉਹ ਧਰਮ ਦੇ ਖਿਲਾਫ ਸੀਗੀ, ਕਿਉਂਕਿ ਜਿਹੜਾ ਚਰਚ ਸੀ ਉਸ ਮੌਕੇ, ਰੋਮਨ ਕੈਥੋਲਿਕ ਚਰਚ, ਇਹਦਾ ਰੋਲ ਬਹੁਤ ਮਾੜਾ ਸੀ। ਉਹ ਹਰ ਜਗ੍ਹਾ ਦੇ ਉੱਤੇ ਬਾਦਸ਼ਾਹ ਦੇ ਨਾਲ ਤੇ ਲੋਕਾਂ ਦੇ ਖਿਲਾਫ। ਤੋ ਇਸ ਕਰਕੇ ਜਿਹੜਾ ਇਹ ਪੈਰਿਸ ਦੇ ਵਿੱਚ ਜਿਹੜੀ ਬਗਾਵਤ ਹੋਈ, ਉਹਨਾਂ ਦਾ ਗੁੱਸਾ ਉਹਨਾਂ ਤੇ ਬਹੁਤ ਸੀ। ਉਹਨਾਂ ਨੇ ਪਾਦਰੀ ਸੈਂਕੜਿਆਂ ਦੀ ਗਿਣਤੀ 'ਚ ਗ੍ਰਿਫਤਾਰ ਕੀਤੇ, ਨਨਜ਼ ਗ੍ਰਿਫਤਾਰ ਕੀਤੀਆਂ, 2 ਦਰਜਨ ਤੋਂ ਵੱਧ ਚਰਚ ਬੰਦ ਕਰਤੇ, ਬਾਕੀਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ। ਮਤਲਬ ਬੜੇ ਉਹਨਾਂ ਨੇ ਸਟੈਪ ਚੁੱਕੇ। ਤੇ ਦੂਜਾ, ਉਹਨਾਂ ਨੇ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਹੋਏ ਸੀ, ਬੰਦੀ ਬਣਾਏ ਹੋਏ ਸੀ, ਪੋਲੀਟੀਕਲ ਪ੍ਰਿਜ਼ਨਰ, ਉਹ ਰਿਹਾ ਕਰਤੇ। ਕੁਛ ਇਸ ਤਰ੍ਹਾਂ ਦੇ ਉਹਨਾਂ ਨੇ ਮਤਲਬ ਕਦਮ ਚੁੱਕੇ। ਤੇ ਉਹਦਾ ਹੁਣ ਕਾਰਨ ਇਹ ਸੀ, ਜਿਹੜੀ ਆਪਾਂ ਗੱਲ ਬਾਰ-ਬਾਰ ਆਉਣੀ ਹੈ, ਜਿਹੜੀ ਅੱਜ ਸਾਡੇ ਵਾਸਤੇ ਖਾਸ ਕਰਕੇ ਆਪਾਂ ਇਹ ਗੱਲਾਂ ਐਵੇਂ ਨਹੀਂ ਕਰ ਰਹੇ ਜੀ, ਇਹਨਾਂ 'ਚੋਂ ਸਾਨੂੰ ਕੁਛ ਇਨਸਾਈਟਸ, ਅੰਤਰਦ੍ਰਿਸ਼ਟੀਆਂ ਵੀ ਮਿਲਣਗੀਆਂ। ਭਾਵੇਂ ਇਹ ਹੋਇਆ ਮਾਰਕਸਵਾਦੀ ਵਿਚਾਰਧਾਰਾ ਦੇ ਹੇਠ ਹੀ, ਪਰ ਤੁਸੀਂ ਦੇਖੋਗੇ ਹਰ ਇਨਕਲਾਬ 'ਚੋਂ ਇੱਕ ਤਾਂ ਇਹ ਹੈ ਵੀ ਕੋਈ ਵੀ ਇਨਕਲਾਬ
ਆਮ ਹਾਲਤਾਂ 'ਚ ਨਹੀਂ ਹੋਇਆ। ਆਮ ਹਾਲਤਾਂ 'ਚ ਕਦੇ ਇਨਕਲਾਬ ਹੋ ਨਹੀਂ ਸਕਦਾ ਜੀ। ਇਹ ਜਿਹੜੇ ਆਪਾਂ ਪੈਰਿਸ ਕਮਿਊਨ ਦੀ ਗੱਲ ਕਰਦੇ ਆ, ਰੂਸ ਦੇ ਇਨਕਲਾਬ ਦੀ, ਚੀਨ ਦੇ ਇਨਕਲਾਬ ਦੀ, ਇਹ ਤਿੰਨੇ ਹੀ ਵੱਡੀਆਂ ਜਿਹੜੀਆਂ ਘਟਨਾਵਾਂ ਨੇ ਇਹ ਜੰਗ ਨਾਲ ਜੁੜ ਕੇ ਹੋਈਆਂ। ਜਦੋਂ ਦੁਸ਼ਮਣ ਤੁਹਾਡਾ ਜਾਂ ਹਕੂਮਤ ਜਿਹੜੀ ਹੈ ਰੂਲਿੰਗ ਹੁਕਮਰਾਨ ਕਲਾਸ ਹੈ ਉਹ ਜੰਗ 'ਚ ਉਲਝੀ ਹੁੰਦੀ ਹੈ। ਹੁਣ ਜੰਗ ਲੋਕਾਂ ਦੀ ਜ਼ਿੰਦਗੀ ਤੇ ਅਸਰ ਬੜੇ ਪਾਉਂਦਾ। ਇੱਕ ਪਾਸੇ ਤਾਂ ਇਹ ਵੀ ਹੈ ਵੀ ਉਹ ਦੇਸ਼ ਭਗਤੀ ਦਾ ਜਜ਼ਬਾ ਵੀ ਭੜਕਾਉਂਦਾ ਹੈ ਜੀ ਜੀ ਜੀ। ਪਰ ਦੂਜੀ ਗੱਲ ਇਹ ਹੈ ਕਿ ਲੋਕਾਂ ਦੀ ਜੋ ਹੈਗੀ ਹੈ ਨਾ ਜ਼ਿੰਦਗੀ, ਉਹਨਾਂ ਵਾਸਤੇ ਦੁੱਬਰ ਵੀ ਬੜੀ ਬਣਦੀ ਜੀ। ਖਾਸ ਕਰਕੇ ਉਹਨਾਂ ਹਾਲਤਾਂ ਦੇ ਵਿੱਚ। ਹੁਣ ਜਿਵੇਂ ਪੈਰਿਸ ਦੇ ਵਿੱਚ ਹੈ ਕਿ ਜੰਗ ਕਰਕੇ ਜਿਹੜੀ ਇੰਡਸਟਰੀ ਹੈ ਉਹ ਬੰਦ ਹੋ ਗਈ। ਨਾ ਕੱਚਾ ਮਾਲ ਵਿਕਦਾ, ਨਾ ਪੱਕਾ ਮਾਲ ਕਿਤੇ ਜਾ ਰਿਹਾ ਹੈ, ਤੇ ਉਹਦੇ ਨਾਲ ਮਤਲਬ ਲੱਖਾਂ ਦੀ ਗਿਣਤੀ 'ਚ ਬੰਦੇ ਬੇਰੁਜ਼ਗਾਰ ਹੋ ਗਏ। ਹੁਣ ਜਦੋਂ ਮਜ਼ਦੂਰ ਬੇਰੁਜ਼ਗਾਰ ਹੁੰਦਾ, ਬਗਾਵਤ, ਕਿਸਾਨ ਤਾਂ ਰੋਟੀ ਫਿਰ ਵੀ ਮਿਲ ਜਾਂਦੀ ਹੈ, ਇਹ ਤਾਂ ਭੁੱਖਾ ਮਰਦਾ ਨਾ ਫਿਰ। ਤੇ ਇਸ ਕਰਕੇ ਮਤਲਬ ਉਹ ਇੱਕ ਹਾਲਤ ਪੈਦਾ ਹੋ ਗਈ ਸੀ। ਤੇ ਉਧਰੋਂ ਜਿਹੜੇ ਨੈਸ਼ਨਲ ਗਾਰਡਸ ਹੈ ਉਹ ਵੀ ਜੰਗ ਕਰਕੇ ਉਹਨਾਂ ਨੂੰ ਇਹ ਸੀ ਵੀ ਨਮੋਸ਼ੀ ਹੋਈ ਹੈ ਵੀ ਇਹ ਦੌੜ ਕੇ ਤੋਂ ਹਾਂ ਫਰਾਂਸ ਦੀ ਨਮੋਸ਼ੀ ਕਰਾਈ ਹੈ। ਉਹ ਜਲਾਲਤ ਵੀ ਦਾ ਸਾਹਮਣਾ ਵੀ ਕਰਨਾ ਪੈਂਦਾ ਤੇ ਬਾਕੀ ਜਿਹੜੀਆਂ ਹੈਗੀਆਂ ਹੋਰ ਮੁਸ਼ਕਲਾਂ ਦਾ ਜ਼ਿੰਦਗੀ ਦੀਆਂ ਉਹ ਰਲ ਕੇ ਇੱਕ ਬੇਚੈਨੀ ਬਣ ਜਾਂਦੀ ਹੈ। ਸੋ ਉਹ 'ਚ ਕੀ ਹੋਇਆ ਕਿ ਉਹਨਾਂ ਨੇ 70 ਦਿਨ ਆਪਦਾ ਰਾਜ ਉੱਥੇ ਚਲਾਇਆ, ਆਪਦੇ ਫੈਸਲੇ ਕੀਤੇ। ਤੇ ਪਰ ਫਿਰ ਅਖੀਰ ਨੂੰ ਜਿਹੜੀ ਫ੍ਰੈਂਚ ਆਰਮੀ ਹੈ ਉਹਨਾਂ ਨੇ ਆ ਕੇ ਉਹ ਕੁਚਲਤਾ। ਤੇ ਬਗਾਵਤ ਤਾਂ ਫਿਰ ਬੇਰਹਿਮੀ ਨਾਲ ਹੀ ਕੁਚਲੀ ਜਾਂਦੀ। ਸੋ ਉਹਦੇ 'ਚ ਮਤਲਬ 7 ਤੋਂ 8 ਹਜ਼ਾਰ ਬੰਦਾ ਉਹਨਾਂ ਨੇ ਆਉਣਸਾਰ ਕਤਲ ਕੀਤਾ। ਤੇ ਉਂਝ ਜਿਹੜੇ ਗੈਰ ਸਰਕਾਰੀ ਸੂਤਰ ਹੈ ਉਹਨਾਂ ਮੁਤਾਬਕ 20,000 ਦੇ ਲਗਭਗ। ਪਰ ਰੇੜੇ ਭਰ ਕੇ ਲਾਸ਼ਾਂ ਦੇ ਜਿਹੜਾ ਦਰਿਆ ਲੰਘਦਾ ਪੈਰਿਸ ਦੇ ਵਿੱਚ ਦੀ ਉਹਦੇ 'ਚ ਸੁੱਟੀ ਜਾਂਦੇ ਸੀ। ਉਹ ਬੜੇ ਬੇਕਿਰਕੀ ਨਾਲ ਉਹਨਾਂ ਨੇ ਉਹ ਸਾਰੀ ਕੁਛ ਨੂੰ ਕੁਛ ਲਿਆ ਜੀ। ਪਰ ਉਹਦਾ ਇੱਕ ਨਾ ਆਪਣਾ ਉਹ ਜਿਹੜਾ ਸੀਗਾ ਇੰਪੈਕਟ ਬੜਾ ਪਿਆ। ਜਿਵੇਂ ਲੈਨਨ ਨੇ ਵੀ ਕਿਹਾ ਵੀ ਕਹਿੰਦਾ ਇਹ ਨਾ ਜਿਹੜਾ ਸਾਡਾ ਇੱਕ ਮਾਡਲ ਆ ਰਾਜ ਦਾ ਜਿਹੜਾ ਪੇਸ਼ ਕੀਤਾ ਸੀ, ਇਹ ਥਿਉਰੀ 'ਚ ਹੀ ਕੀਤਾ ਸੀ, ਉਹਦੀ ਇਹ ਪਹਿਲੀ ਅਮਲੀ ਉਦਾਹਰਨ ਪੇਸ਼ ਕਰ। ਤੇ ਉਹਦੇ 'ਚੋਂ ਫਿਰ ਲੈਨਨ ਨੇ ਆਪਣੇ ਨੇ ਮਾਰਕਸ ਨੇ ਇਹ ਪਹਿਲਾਂ ਮਾਰਕਸ ਨੂੰ ਇਹ ਲੱਗਦਾ ਸੀ ਕਿ ਬਸ ਗੱਲ ਇੰਨੀ ਹੈ ਕਿ ਤੁਸੀਂ ਹਕੂਮਤ ਤੇ ਮਸ਼ੀਨਰੀ ਤੇ ਕਬਜ਼ਾ ਕਰ ਲਓ। ਇਹਦੇ 'ਚ ਉਹਨੇ ਦੇਖਿਆ, ਕਹਿੰਦਾ ਨਹੀਂ, ਉਹ ਪੁਰਾਣੀ ਮਸ਼ੀਨਰੀ ਤੁਹਾਨੂੰ ਕੰਮ ਨਹੀਂ ਦੇਣੀ, ਉਹਨੂੰ ਭੰਨਣਾ ਪਊ। ਸੋ ਜਿਵੇਂ ਜਿਹੜੀ ਪਹਿਲੀ ਸਟੇਟ ਹੈ ਇੱਕ ਮਸ਼ੀਨਰੀ। ਸੋ ਮਾਰਕਸ ਨੇ ਜਿਹੜੀ ਉਹਦੀ ਡੈਫੀਨੇਸ਼ਨ ਦਿੱਤੀ ਉਹ ਇਹ ਹੈ ਕਿ ਸਟੇਟ ਕੀ ਹੈ, ਉਹ ਇੱਕ ਜਮਾਤ ਵੱਲੋਂ ਦੂਜੀ ਜਮਾਤ ਨੂੰ ਲੁੱਟਣ ਤੇ ਦਬਾ ਕੇ ਰੱਖਣ ਵਾਲੀ ਇੱਕ ਮਸ਼ੀਨਰੀ ਹੈ। ਤੇ ਜਿੰਨਾ ਚਿਰ ਉਹ ਸਟੇਟ ਖਤਮ ਬਿਲਕੁਲ ਤਬਾਹ ਨਹੀਂ ਕੀਤੀ ਜਾਂਦੀ ਤੇ ਤੁਸੀਂ ਆਪਦੀ ਨਵੀਂ ਸਟੇਟ ਨਹੀਂ ਸਿਰਜਦੇ, ਤੁਹਾਡੀ ਕਿਸਮਤ ਸੁਧਰ ਨਹੀਂ ਸਕਦੀ। ਉਹ ਉਦੋਂ ਸੰਭਵ ਹੁੰਦਾ ਜਦੋਂ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਆਉਣ। ਉਹ ਨਹੀਂ ਐਵੇਂ ਹੁਣ ਆਮ ਹਾਲਤ 'ਚ ਤੁਸੀਂ ਉਹ ਸਟੇਟ ਨੂੰ ਕੁਝ ਨਹੀਂ ਕਰ ਸਕਦੇ। ਸੋ ਜਿਹੜਾ ਇਹ ਹੈ ਨਾ, ਤੁਸੀਂ ਲਗਾਤਾਰ ਨਿਗਾਹ ਰੱਖੋ ਕਿ ਕਦੋਂ ਦੁਸ਼ਮਣ ਕਮਜ਼ੋਰ ਸਥਿਤੀ 'ਚ ਜਾਂਦਾ। ਇਹ ਜਿਹੜੀਆਂ ਸਾਨੂੰ ਇਹ ਪਹਿਲਾਂ ਇਹ ਲੱਗਦਾ ਹੁੰਦਾ ਬੜੀ ਮਜ਼ਬੂਤ ਹੈ, ਜਦੋਂ ਫਿਰ ਅੰਦਰੋਂ ਜਰਜਰੀ ਹੋਣੀ ਸ਼ੁਰੂ ਹੁੰਦੀ ਹੈ ਨਾ, ਉਹ ਫਿਰ ਦਿਨਾਂ ਦੇ ਵਿੱਚ ਹੀ ਖਿੰਡ ਜਾਂਦੀ। ਸੋ ਇਸ ਕਰਕੇ ਉਹਦੇ 'ਚੋਂ ਫਿਰ ਇਹਨੇ ਮਤਲਬ ਮਾਰਕਸ ਨੇ ਇਹ ਕਿਹਾ ਸੀ ਵੀ ਸਾਡੀ ਇਹ ਜਿਹੜੀ ਪ੍ਰੋਲੇਤਾਰੀ ਤਾਨਾਸ਼ਾਹੀ, ਪ੍ਰੋਲੇਤਾਰੀ ਸ਼ਬਦ ਉਹ ਜਰਮਨ ਉਹ ਪ੍ਰੋਲੇਤਾਰੀ ਤੇ ਬੁਰਜੁਆਜੀ ਸਰਮਾਏਦਾਰੀ ਨੂੰ ਕਹਿੰਦੇ ਸੀ, ਪ੍ਰੋਲੇਤਾਰੀ ਮਜ਼ਦੂਰ ਜਮਾਤ, ਵੀ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੀ ਪਹਿਲੀ ਇਹ ਉਦਾਹਰਨ ਹੈ। ਕਿਉਂਕਿ ਮਾਰਕਸ ਦਾ ਜੋ ਸੀਗਾ ਕਨਸੈਪਟ ਰਾਜ ਦਾ ਵੀ ਮਜ਼ਦੂਰ ਜਮਾਤ ਦਾ ਰਾਜ ਕਿਹੋ ਜਿਹਾ ਹੋਊ, ਉਹਨੇ ਇਹ ਸੀ ਵੀ ਜਿਹੜੀ ਇਹ ਜਮਹੂਰੀਅਤ ਕਹਿੰਦੇ ਨੇ ਇਹ ਦੰਭ ਹੈ, ਅਸੀਂ ਇਹ ਦੰਭ ਨਹੀਂ ਕਰਨਾ, ਸਾਡੀ ਤਾਂ ਤਾਨਾਸ਼ਾਹੀ ਹੋ ਮਜ਼ਦੂਰ ਜਮਾਤ ਦੀ, ਮੈਜੋਰਟੀ ਦੀ ਮਿਨੋਰਟੀ ਤੇ ਤਾਨਾਸ਼ਾਹੀ ਹੋ। ਇਹ ਉਹਦੀ ਥਿਉਰੀ 'ਚ ਇਹ ਗੱਲ ਸੀ, ਪਰ ਅਮਲ 'ਚ ਕਿਵੇਂ ਹੋਇਆ ਉਹ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਸੋ ਇਸ ਕਰਕੇ ਉਹਨੇ ਫਿਰ ਇਹਦੇ ਵਿੱਚੋਂ ਫਿਰ ਇੱਕ ਕਿਤਾਬ ਲਿਖੀ, ਦੀ ਸਿਵਲ ਵਾਰ ਇਨ ਫਰਾਂਸ। ਇਹ ਸਾਰੇ ਕੁਛ ਦੇ ਸਬਕ ਸਮ ਅਪ ਕਰਨ ਵਾਸਤੇ। ਤੇ ਉਹਦੇ ਵਿੱਚੋਂ ਫਿਰ ਇਹ ਨਿਰਣੇ ਕੱਢੇ ਵੀ ਇੱਕ ਤਾਂ ਤੁਸੀਂ ਬਣੀ ਬਣਾਈ ਮਸ਼ੀਨਰੀ ਪਹਿਲੀ ਨੂੰ ਵਰਤ ਨਹੀਂ ਸਕਦੇ, ਵੀ ਉਹ ਤੇ ਕਬਜ਼ਾ ਕਰਨਾ, ਜਿਵੇਂ ਸਾਡੇ ਹੁਣ ਕਰਦੇ ਨਾ ਇੱਕ ਵਾਰ ਵੋਟਾਂ 'ਚ ਜਿੱਤ ਕੇ ਆ ਜਾਓ, ਉਹ ਆਪਾਂ ਦੇਖ ਹੀ ਲਏ ਹੈ ਨਾ। ਜਿੰਨਾ ਚਿਰ ਉਹ ਮਸ਼ੀਨਰੀ ਕਾਇਮ ਹੈ ਨਾ, ਉਹੀ ਸਾਰੇ ਢਾਂਚਾ ਨਿਆਂਪਾਲਕਾ ਉਹੀ ਹੈ, ਅਫਸਰਸ਼ਾਹੀ ਉਹੀ ਹੈ, ਆਰਮੀ ਉਹੀ ਹੈ, ਪੁਲਿਸ ਉਹੀ ਹੈ, ਤੇ ਉਹਨਾਂ ਚਿਰ ਮਤਲਬ ਤੁਸੀਂ ਕੁਛ ਨਹੀਂ ਕਰ ਸਕਦੇ।
ਘਾਟ ਤੋਂ ਹੀ ਜੀ ਘੜੀ ਜਾਂਦੀ ਹੈ। ਹਾਂ, ਸੋ ਉਹ ਢਲਾਈ ਹੋ ਚੁੱਕੀ ਹੁੰਦੀ ਹੈ। ਸੋ ਇਹ ਫਿਰ ਇਹਦੇ 'ਚ ਉਹਨਾਂ ਨੇ ਇਹ ਕੱਢਿਆ। ਜੀ ਤੇ ਫਿਰ ਕੀ ਹੋਇਆ, ਫਿਰ ਉਹਨਾਂ ਨੇ ਮਤਲਬ ਇੱਕ ਕਾਰਲ ਮਾਰਕਸ ਦਾ ਇਹ ਸੀ ਵੀ ਇਹ ਰੈਵੋਲੂਸ਼ਨ ਜਿਹੜਾ ਹੋਊ ਨਾ, ਕੱਲੇ ਕੱਲੇ ਨੂੰ ਤਾਂ ਉਹ ਕੁਚਲ ਦੇਣਗੇ ਰਲ ਕੇ, ਕਿਉਂਕਿ ਦੁਨੀਆ ਭਰ ਦੀ ਸਰਮਾਏਦਾਰੀ ਵੀ ਇਕੱਠੀ ਹੁੰਦੀ ਆ। ਡਰ ਲੱਗਦਾ ਉਹਨੂੰ ਵੀ ਜੇ ਇਸ ਤਰ੍ਹਾਂ ਦੀ ਕੋਈ ਗੱਲ ਵਾਪਰਦੀ ਆ, ਤੇ ਇਸ ਕਰਕੇ ਵੀ ਇਹ ਤਾਂ ਫਿਰ ਇਕੱਠਾ ਹੀ ਹੋ। ਤੇ ਉਹਦੇ ਮਨ 'ਚ ਉਦੋਂ ਨਕਸ਼ਾ ਇਹ ਸੀ ਵੀ ਯੂਰਪ ਦੇ ਵਿੱਚ ਇਕੱਠਾ ਇਨਕਲਾਬ ਹੋਊਗਾ। ਤੇ ਯੂਰਪ ਦੀਆਂ ਉਦੋਂ ਹਾਲਤਾਂ ਵਾਕਈ ਇਹ ਬਣੀਆਂ ਪਈਆਂ ਸੀ ਜਿਵੇਂ ਸਾਰਾ ਯੂਰਪ ਉੱਬਲ ਰਿਹਾ ਸੀ ਬੇਚੈਨੀ ਨਾਲ। ਉਹਦੇ ਵਿੱਚੋਂ ਫਿਰ ਉਹਨਾਂ ਨੇ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਉੱਭਰ ਕੇ ਸਾਹਮਣੇ ਆਈ। ਇਹ ਤਾਂ ਨਹੀਂ ਕਹਿ ਸਕਦੇ ਵੀ ਕਾਰਲ ਮਾਰਕਸ ਨੇ ਬਣਾਈ, ਕਾਰਲ ਮਾਰਕਸ ਵੀ ਉਹਦਾ ਹਿੱਸੇਦਾਰ ਬਣਿਆ, ਉਹਨੇ ਵੀ ਉਹ 'ਚ ਪਾਰਟੀਸਪੇਟ ਕੀਤਾ। ਉਹ ਸੀ ਇੰਟਰਨੈਸ਼ਨਲ ਵਰਕਿੰਗ ਮੈਨਜ਼ ਐਸੋਸੀਏਸ਼ਨ। ਇਹ 1864 'ਚ ਬਣੀ ਤੇ ਇਹ 76 ਤੱਕ ਚੱਲੀ, 12 ਸਾਲ। ਤੇ ਉਹਦੇ ਵਿੱਚ ਮੇਨਲੀ ਉਹ ਲੰਡਨ ਦੇ ਵਿੱਚ ਇਹਦੀ ਨੀਂਹ ਰੱਖੀ ਗਈ ਸੀਗੀ ਕਾਨਫਰੰਸ ਕਰਕੇ, ਤੇ ਕਈ ਸਾਰੇ ਯੂਰਪੀ ਦੇਸ਼ਾਂ ਦੀਆਂ ਬਹੁਤਿਆਂ ਦੇ ਉਹ 'ਚ ਨੁਮਾਇੰਦਾ ਜਿਹੜੀਆਂ ਸੀਗੀਆਂ ਲੇਬਰ ਆਰਗੇਨਾਈਜੇਸ਼ਨਾਂ, ਮਜ਼ਦੂਰ ਜਮਾਤ ਦੀਆਂ ਜਥੇਬੰਦੀਆਂ, ਉਹਦੀਆਂ ਪਾਰਟ ਸੀਗੀਆਂ। ਸੋ ਇਹ ਸੀ ਜਿਹਨੂੰ ਕਮਿਊਨਿਸਟ ਇਤਿਹਾਸ ਦੇ ਵਿੱਚ ਫਸਟ ਇੰਟਰਨੈਸ਼ਨਲ ਵੀ ਕਹਿ ਦਿੰਦੇ ਨੇ। ਇੰਟਰਨੈਸ਼ਨਲ ਕੌਮਾਂਤਰੀ ਵੀ ਉਹ ਕਿਸੇ ਇੱਕ ਦੇਸ਼ ਦੀ ਨਹੀਂ, ਉਹ ਬਹੁਤ ਸਾਰੇ ਦੇਸ਼ਾਂ ਦੀ ਉਹਦੇ 'ਚ ਨੁਮਾਇੰਦਗੀ ਹੈ। ਤੇ ਉਹਦੇ ਸਾਹਮਣੇ ਜਿਹੜਾ ਪਰਸਪੈਕਟਿਵ ਹੈ ਉਹ ਕਿਸੇ ਇੱਕ ਦੇਸ਼ ਦੇ ਇਨਕਲਾਬ ਦਾ ਨਹੀਂ, ਉਹ ਸੰਸਾਰ ਇਨਕਲਾਬ ਦਾ ਹੈ। ਸੋ ਉਹ ਜਥੇਬੰਦੀ ਬਣੀ, ਪਰ ਥੋੜ੍ਹੇ ਚਿਰ ਬਾਅਦ ਹੀ ਉਹ ਜਥੇਬੰਦੀ ਜਿਹੜੀ ਹੈ ਉਹਦਾ 'ਚ ਨਿਗਾਰ ਆ ਗਿਆ। ਮਤਲਬ ਜੋ ਸੋਚ ਕੇ ਬਣਾਈ ਸੀ ਵੀ ਇਸ ਤਰ੍ਹਾਂ ਚੱਲੂਗੀ, ਉਹ ਜਦੋਂ ਹੱਥ 'ਚ ਪਾਵਰ ਆ ਗਈ, ਜਿਵੇਂ ਖਾਸ ਕਰਕੇ ਇੰਗਲੈਂਡ ਦੀ ਜਿਹੜੀ ਟ੍ਰੇਡ ਯੂਨੀਅਨ ਸੀ, ਜਦੋਂ ਉਹਨਾਂ ਕੋਲ ਪਾਵਰ ਆ ਗਈ ਇੱਕ ਬਾਰਗੇਨਿੰਗ ਦੀ, ਮਤਲਬ ਦੁਸ਼ਮਣ ਨਾਲ ਗੱਲਬਾਤ ਕਰਨੀ ਹੈ, ਹੜਤਾਲ ਕਰ ਲਈ, ਨੱਕ 'ਚ ਦਮ ਕਰਨ ਲਈ, ਆਪਣੇ ਮੰਗਾਂ ਬਣਾ ਲਈ, ਨਾਲ ਦੇ ਨਾਲ ਹੀ ਕਰਪਸ਼ਨ ਆ ਗਈ। ਮਤਲਬ ਉਹਦੇ 'ਚੋਂ ਉਹ ਕਰਪਸ਼ਨ ਬਹੁਤ ਆ ਗਈ ਕਿ ਘੋਲ ਵੇਚਣੇ ਸ਼ੁਰੂ ਹੋ ਗਏ। ਸਟਰਗਲ 'ਚ ਕਰੋ ਤੇ ਉਹ ਕੁਛ ਨਾ ਕੁਛ ਸੌਦਾ ਕਰਕੇ ਵੇਚਦਾ। ਤੇ ਜਾਂ ਇਹ ਆ ਗਏ ਵੀ ਆਪਾਂ ਨੂੰ ਯਾਰ ਉਹ ਇਨਕਲਾਬ ਕਰਨ ਦੀ ਨਹੀਂ ਲੋੜ, ਆਪਾਂ ਨੂੰ ਪੋਲਿਟਿਕਸ 'ਚ ਹਿੱਸਾ ਨਹੀਂ ਲੈਣਾ ਚਾਹੀਦਾ, ਆਪਾਂ ਤਾਂ ਆਰਥਿਕ ਮਸਲਿਆਂ ਤੱਕ ਸਰਕਾਰ ਚੱਲਦੀ ਆ ਆਪਦੀ ਚੱਲੀ ਜਾਵੇ, ਆਪਾਂ ਨੂੰ ਤਾਂ ਆਪਦੇ ਆਰਥਿਕ ਮਸਲੇ। ਸੋ ਇਸ ਕਿਸਮ ਦਾ ਮੈਂ ਇਹ ਮੋਟੀ ਜਾਂ ਸਰਲ ਜੀ ਬਣਾ ਕੇ ਗੱਲ ਕੀਤੀ ਹੈ ਜੋ ਅੱਜ ਚੱਲਦਾ। ਸੋ ਉਦੋਂ ਫਿਰ ਉਹਨਾਂ ਨੇ ਉਹ ਭੰਗ ਹੋ ਗਈ ਵੀ ਛੱਡੋ ਇਹਦਾ ਕੀ ਹੈ, ਤੇ ਇਹਦਾ ਗਲ ਗਈ ਉਹਨਾਂ ਨੂੰ। ਤੇ ਫਿਰ ਉਹਨਾਂ ਨੇ ਥੋੜ੍ਹੇ ਚਿਰ ਬਾਅਦ ਸੈਕਿੰਡ ਬਣਾ ਲਈ, ਉਹ ਬਣਾਈ 1899 'ਚ। ਪਰ ਉਦੋਂ ਤੱਕ ਕਾਰਲ ਮਾਰਕਸ ਦੀ ਮੌਤ ਹੋ ਚੁੱਕੀ ਸੀ, ਤੇ ਉਦੋਂ ਐਂਗਲਸ ਅਜੇ ਸ਼ਾਇਦ ਸੀਗਾ। ਤੇ ਪਰ ਚਲੋ ਫਿਰ ਹੋਰ ਬਹੁਤ ਸਾਰੇ ਥਾਵਾਂ 'ਤੇ ਲੀਡਰ ਉੱਭਰੇ ਆਏ ਸਾਰੇ ਯੂਰਪ ਦੇ ਵਿੱਚ ਹੀ। ਉਹ ਜਿਹੜੀ ਸੀਗੀ 1899 ਤੋਂ 1916 ਤੱਕ ਇਹ ਚੱਲੀ। ਇੱਥੋਂ ਆਪਾਂ ਥੋੜ੍ਹਾ ਜਿਹਾ ਸਮਝਣ ਦਾ ਕੋਸ਼ਿਸ਼ ਕਰੀਏ ਵੀ ਜਿਹੜਾ ਰੂਸ ਦਾ ਇਨਕਲਾਬ ਹੈ ਉਹ ਕਿਵੇਂ ਆਇਆ। ਹਾਂ, ਇਹ ਜਿਹੜੀ ਸੀਗੀ ਸੈਕੰਡ ਇੰਟਰਨੈਸ਼ਨਲ, ਇਹਦੇ ਸਾਹਮਣੇ ਇੱਕ ਸਵਾਲ ਖੜਾ ਹੋ ਗਿਆ 1912-13 'ਚ ਵੀ ਜੰਗ ਦਾ ਖਤਰਾ ਸਿਰ ਤੇ ਖੜਾ, ਸੰਸਾਰ ਜੰਗ ਵੀ ਸਾਰੀਆਂ ਯੂਰਪੀਅਨ ਤਾਕਤਾਂ ਆਪਸ ਵਿੱਚ ਹੀ ਜੰਗ ਕਰਨਗੀਆਂ। ਤੇ ਉਹ ਜੰਗ ਜੋ ਸੀਗੀ ਵੀ ਉਹ ਮੰਡੀਆਂ ਦੀ ਇੱਕ ਦੂਜੇ ਤੋਂ ਖੋਹਣੀਆਂ, ਆਪਦੀ ਸਰਦਾਰੀ ਕਾਇਮ ਕਰਨੀ ਹੈ, ਆਪਦੀਆਂ ਮੰਡੀਆਂ ਹਾਸਲ ਕਰਨੀਆਂ, ਤੇ ਇਹ ਮਤਲਬ ਇੱਕ ਦੂਜੇ ਨਾਲ ਜੰਗ 'ਚ ਉਲਝਣਗੀਆਂ। ਤੇ ਉਦੋਂ ਕਮਿਊਨਿਸਟਾਂ ਨੇ ਕੀ ਕਰਨਾ, ਜਾਂ ਜਿਹੜੇ ਮਜ਼ਦੂਰ ਜਮਾਤ ਦੇ ਨੁਮਾਇੰਦੇ ਆ ਉਹਨਾਂ ਦਾ ਕੀ ਕਰਨਾ ਬਣਦਾ ਭਲਾ। ਤੇ ਕੁਝ ਬੰਦਿਆਂ ਦਾ ਤਾਂ ਚਲੋ ਜਿਹੜਾ ਆਮ ਹੁੰਦਾ ਇੱਕ ਆਪਣਾ ਚੱਲਦਾ ਆਮ ਵੀ ਆਪਦੇ ਦੇਸ਼ ਦੀ ਰੱਖਿਆ ਕਰੋ, ਤੇ ਉਹ ਦੇਸ਼ ਭਗਤੀ ਤੇ ਰਾਸ਼ਟਰਵਾਦ। ਪਰ ਉੱਥੇ ਇਹਨਾਂ ਨੇ ਫਿਰ ਫੈਸਲਾ ਇਹ ਕੀਤਾ ਵੀ ਆਪਾਂ ਆਪਦੇ ਦੇਸ਼ ਦੀ ਸਰਕਾਰ ਦੇ ਖਿਲਾਫ ਉਦੋਂ ਲੜੀਏ ਜਦੋਂ ਉਹ ਜੰਗ 'ਚ ਉਲਝਿਆ ਹੋਇਆ, ਕਿਉਂਕਿ ਇਹ ਜੰਗ ਲੋਕਾਂ ਵਾਸਤੇ ਨਹੀਂ, ਇਹ ਜੰਗ ਪੂੰਜੀਵਾਦੀਆਂ ਦੀ ਆਪਦੀਆਂ ਮੰਡੀਆਂ ਵਾਸਤੇ ਹੈ। ਉਹ ਜਜ਼ਬਾ ਉਭਾਰਦੇ ਨੇ ਦੇਸ਼ ਭਗਤੀ ਦਾ, ਦੇਸ਼ ਦੀ ਗੱਲ ਕਰਦੇ ਨੇ, ਐਕਚੁਅਲੀ ਉਹਨਾਂ ਦੇ ਆਰਥਿਕ ਮਫਾਦ ਹੁੰਦੇ। ਇਸ ਕਰਕੇ ਸਾਨੂੰ ਉਹਦੀ ਮਦਦ ਨਹੀਂ ਕਰਨੀ ਚਾਹੀਦੀ। ਤੇ ਉਸ ਇੰਟਰਨੈਸ਼ਨਲ ਦੇ ਵਿੱਚ ਬਹੁਤ ਵੱਡੇ ਨਾਂ ਸੀਗੇ ਜਿਹੜੇ ਕਮਿਊਨਿਸਟਾਂ, ਜਿਹ 'ਚ ਇੱਕ ਪਲੈਖਾਨੋਵ ਉਹ ਰੂਸ ਦਾ ਸੀਗਾ, ਮਤਲਬ ਇਹ ਕਹਿ ਲਓ 69 ਵਿਦਵਾਨ ਸੀ, ਤੇ ਉਹਨੂੰ ਰੂਸੀ ਸਮਾਜਵਾਦ ਦਾ ਪੜਦਾਦਾ ਕਿਹਾ ਜਾਂਦਾ ਹੈ, ਗ੍ਰੈਂਡ ਫਾਦਰ ਆਫ ਰਸ਼ੀਅਨ ਸੋਸ਼ਲਿਜ਼ਮ, ਜਿਹਨੇ ਉੱਥੇ ਸ਼ੁਰੂ ਹੀ ਉਹਨੇ ਕੀਤਾ, ਰੂਸ ਦੇ ਵਿੱਚ ਜੜ ਉਹਨੇ ਲਾਈ ਸਮਾਜਵਾਦ ਦੀ ਤੇ ਕਮਿਊਨਿਸਟ ਪਾਰਟੀ ਦੀ।
ਉਹ ਬਹੁਤ ਵੱਡਾ ਲੀਡਰ ਸੀ। ਜਰਮਨੀ ਦੇ ਵਿੱਚ ਜਿਹੜਾ ਸੀਗਾ ਉਹ ਸੀ ਕੌਤਸਕੀ, ਤੇ ਲੈਨਨ ਹੋਰੀ ਅਜੇ ਉਦੋਂ ਉਸ ਪਾਲ 'ਚ ਨਹੀਂ ਸੀ, ਮਤਲਬ ਸੀਗੇ ਸਿੱਖਣ ਵਾਲੇ ਪੀਰੀਅਡ ਤੋਂ ਨਹੀਂ, ਸਿੱਖਣ ਵਾਲੇ ਤਾਂ ਨਹੀਂ ਖੈਰ ਹੋ ਗਏ ਸੀ ਕਾਫੀ ਉਦੋਂ ਤੱਕ, ਪਰ ਇਹ ਉਹਨਾਂ ਤੋਂ ਉੱਪਰ ਸੀਗੇ ਜਿਵੇਂ ਬੰਦੇ ਉਸ ਮੌਕੇ। ਸੋ ਚਲੋ ਜੀ, ਜੰਗ ਲੱਗ ਗਈ 1914 'ਚ। ਜਦੋਂ ਜੰਗ ਲੱਗ ਗਈ ਤੇ ਉਦੋਂ ਫਿਰ ਹੋਇਆ ਵੀ ਹੁਣ ਲਓ ਫੈਸਲਾ, ਰੂਸ ਦੀ ਪਾਰਟੀ ਤੋਂ ਬਿਨਾ ਹੋਰ ਕਿਸੇ ਵੀ ਪਾਰਟੀ ਨੇ ਉਸ ਲਏ ਹੋਏ ਫੈਸਲੇ ਤੇ ਅਮਲ ਨਾ ਕੀਤਾ। ਸਾਰੀਆਂ ਆਪਦੇ ਸਰਕਾਰ ਨਾਲ ਆਪਦੀ ਉਹ ਰਾਸ਼ਟਰਵਾਦ ਤੇ ਦੇਸ਼ ਭਗਤੀ ਉਹਦੇ 'ਚ ਆ ਗਈ। ਤੇ ਸਭ ਤੋਂ ਵੱਡੀ ਉਸ ਵੇਲੇ ਦੁਨੀਆ 'ਚ ਪਾਰਟੀ ਸੀ ਜਰਮਨੀ ਦੀ ਕਮਿਊਨਿਸਟ ਪਾਰਟੀ। ਰੂਸ ਨਾਲੋਂ ਕਿਤੇ ਵੱਡੀ ਸੀ, ਕਿਤੇ ਪਾਵਰਫੁਲ ਸੀ, ਬਹੁਤ ਜਥੇਬੰਦ ਸੀ। ਉਹਦਾ ਲੀਡਰ ਸੀ ਕੌਤਸਕੀ, ਪਰ ਉਹਨਾਂ ਨੇ ਉਹ ਲੈ ਲਿਆ ਵੀ ਇਸ ਤਾਂ ਜਰਮਨ ਨਾਲ ਖੜਾਂਗੇ। ਤੇ ਜਿਹੜਾ ਪਲੈਖਾਨੋਵ ਸੀ ਐਡਾ ਵੱਡਾ ਧੁਨੰਤਰ ਵਿਦਵਾਨ, ਉਹ ਕਹਿੰਦਾ ਉਹਦੇ 'ਚੋਂ ਉਹਨੇ ਵੀ ਲੈ ਲਿਆ, ਕਹਿੰਦਾ ਸਾਨੂੰ ਹੁਣ ਰੂਸ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਤੇ ਹਮਲਾ ਹੋਇਆ, ਜਰਮਨੀ ਨੇ ਹਮਲਾ ਕੀਤਾ। ਤੇ ਫਿਰ ਬਹਾਨੇ ਇਹ ਆ ਗਏ ਵੀ ਇਹ ਦੇਖੋ ਆਪਾਂ ਹਮਲਾ ਪਹਿਲਾਂ ਕਿਹਨੇ ਕੀਤਾ, ਆਪਾਂ ਉਹਦੇ ਖਿਲਾਫ ਹੋਏ। ਸੋ ਲੈਨਨ ਨੇ ਫਿਰ ਇਹ ਤੇ ਮਤਲਬ ਬਹੁਤ ਲੜਾਈ ਦਿੱਤੀ। ਉਹ ਕਹਿੰਦਾ ਇਹ ਇਸ਼ੂ ਹੀ ਨਹੀਂ ਕਿਹਨੇ ਹਮਲਾ ਕੀਤਾ, ਕਿਤੇ ਹੋ ਗਿਆ, ਜੰਗ ਦਾ ਕਰੈਕਟਰ ਕੀ ਹੈ। ਇਹ ਜੰਗ ਇਹਨਾਂ ਦੀ ਆਪਸ ਵਿੱਚ ਹੀ ਪੂੰਜੀਵਾਦ ਦੀ ਲੜਾਈ ਹੈ। ਤੇ ਇਹਦੇ 'ਚ ਲੋਕਾਂ ਨੂੰ ਤਾਂ ਤੋਪਾਂ ਦਾ ਬਾਲਣ ਉਹ ਭੱਠੀ 'ਚ ਝੋਕਿਆ ਜਾ ਰਿਹਾ, ਸਾਡੀ ਸਿੱਧੀ ਪੋਜੀਸ਼ਨ ਚਾਹੀਦੀ ਹੈ। ਸੋ ਉਹਨੇ ਉਹ ਪੋਜੀਸ਼ਨ ਲੈ ਲਈ ਤੇ ਉੱਥੇ ਫਿਰ ਸਪਲਿਟ ਹੋ ਗਈ, ਹੈ ਨਾ। ਉਹ ਪਲੈਖਾਨੋਵ ਐਡਾ ਵੱਡਾ ਲੀਡਰ ਦੂਜੇ ਪਾਸੇ ਜਾ ਖੜਾ। ਸੋ ਐਕਚੁਅਲੀ ਕੀ ਹੋਇਆ ਕਿ ਰੂਸ ਦੇ ਵਿੱਚ ਜਿਹੜੀ ਪਾਰਟੀ ਹੈ ਉਹ ਬਣੀ ਸੀ 1898 'ਚ। ਉਦੋਂ ਨੂੰ ਕਮਿਊਨਿਸਟ ਪਾਰਟੀ ਨਹੀਂ ਸੀ ਕਹਿੰਦੇ, ਉਦੋਂ ਨੂੰ ਕਹਿੰਦੇ ਸੀ ਰਸ਼ੀਅਨ ਸੋਸ਼ਲ ਡੈਮੋਕ੍ਰੈਟਿਕ ਲੇਬਰ ਪਾਰਟੀ। 1898 ਉਹਦੇ 'ਚ ਇੱਕ ਸਵਾਲ ਆ ਗਿਆ ਸੀ, ਕਿਉਂਕਿ ਚਲੋ ਕਾਰਲ ਮਾਰਕਸ ਨੇ ਤਾਂ ਇਹ ਗੱਲ ਅੱਗੇ ਬਹੁਤੀ ਕਲੀਅਰ ਨਹੀਂ ਸੀ ਕੀਤੀ ਪਾਰਟੀ ਕਿਹੋ ਜਿਹੀ ਹੋ ਜੀ। ਉਹਨੇ ਤਾਂ ਇੱਕ ਥਿਉਰੀ ਦਿੱਤੀ ਸੀ, ਹੁਣ ਪਾਰਟੀ ਕਿਹੋ ਜਿਹੀ ਹੋ ਇਹ ਤਾਂ ਉਹਨੇ ਕਹਿਤਾ ਸੀ ਵੀ ਮਜ਼ਦੂਰ ਜਮਾਤ ਆਪਦੀ ਜਿਹੜੀ ਵਿਲ ਹੈ ਉਹ ਆਪਦੀ ਪਾਰਟੀ ਰਾਹੀਂ ਲਾਗੂ ਕਰੂ। ਜਿਹੜੇ ਉਹਦੇ ਐਡਵਾਂਸਡ ਜਿਹੜਾ ਉਹਦਾ ਬੈਨ ਗਾਰਡ ਹੋਊਗਾ ਉਹ ਹੋਊਗਾ ਕਮਿਊਨਿਸਟ ਪਾਰਟੀ। ਤੇ ਉਹ ਹੁਣ ਕਮਿਊਨਿਸਟ ਪਾਰਟੀ ਫਿਰ ਕੌਣ ਆਊ ਉਹਦੇ 'ਚ, ਕਿਹੋ ਜਿਹੇ ਬੰਦੇ ਹੋਣਗੇ, ਇਹ ਤੇ ਰੂਸ ਦੇ ਵਿੱਚ ਬਹਿਸ ਚੱਲ ਰਹੀ। ਤੇ 1901 'ਚ ਲੈਨਨ ਨੇ ਤੇ ਆਪਦੀ ਇੱਕ ਕਿਤਾਬ ਲਿਖਤੀ ਛੋਟੀ ਜੀ, ਵਾਟ ਇਜ਼ ਟੂ ਬੀ ਡਨ, ਕੀ ਕਰਨਾ ਲੋੜ ਹੈ ਪੰਜਾਬੀ। ਛੋਟੀ ਜੀ ਆ ਉਹ ਬਹੁਤ ਪੜ੍ਹੀ ਗਈ ਹੈ ਦੁਨੀਆ 'ਚ ਤੇ ਅਜੇ ਵੀ ਉਹ ਬਹੁਤ ਚੱਲਦੀ ਆ ਕਮਿਊਨਿਸਟਾਂ ਦੇ ਵਿੱਚ। ਹੁਣ ਉਹਦੇ ਵਿੱਚ ਉਹਨੇ ਇਹ ਕਿਹਾ ਸੀਗਾ, ਇੱਕ ਤਾਂ ਇਹ ਵੀ ਜਿਹੜੀ ਕਮਿਊਨਿਸਟ ਪਾਰਟੀ ਦੇ ਮੈਂਬਰ ਹੋਣਗੇ ਉਹ ਇੰਟੈਲੀਜੈਂਸੀਆ ਹੋ ਜ਼ਿਆਦਾ, ਕਿਉਂਕਿ ਉਹ ਚੇਤਨ ਐਨਲਾਈਟਨਡ ਤੇ ਉਹੀ ਉਹਨੂੰ ਅਗਵਾਈ ਦੇ ਸਕਣਗੇ। ਆਮ ਮਜ਼ਦੂਰ ਤੋਂ ਨਹੀਂ ਅਗਵਾਈ ਦਿੱਤੀ ਜਾਣੀ। ਸੋ ਇਹ ਨਹੀਂ ਵੀ ਮਜ਼ਦੂਰ ਭਰਤੀ ਕਰਨਾ, ਵੀ ਉਹ ਪ੍ਰਬੁੱਧ ਐਲੀਮੈਂਟ ਜਿਹੜਾ ਐਨਲਾਈਟਨਡ ਹਿੱਸਾ ਉਹਨਾਂ ਦਾ, ਤੇ ਉਹ ਤਾਂ ਫਿਰ ਇੰਟੈਲੀਜੈਂਸੀਆ 'ਚੋਂ ਵੱਧ ਹੋਊ। ਤੇ ਦੂਜੀ ਗੱਲ, ਉਹ ਹੋਲ ਟਾਈਮਰ ਚਾਹੀਦੇ ਆ, ਵੀ ਜ਼ਿੰਦਗੀ 'ਚ ਹੋਰ ਉਹਨਾਂ ਦਾ ਕੁਛ ਨਾ ਹੋਵੇ, ਘਰ-ਬਾਰ ਛੱਡ ਕੇ ਉਹ ਇਸੇ ਕੰਮ ਨੂੰ ਸਮਰਪਿਤ ਹੋਣ। ਬਿਲਕੁਲ ਇਹ ਸ਼ਰਤ ਹੋਣੀ ਚਾਹੀਦੀ ਹੈ। ਜੇ ਬੰਦਾ ਘਰੇ ਵੀ ਬੈਠਾ ਹੈ ਤੇ ਨਾਲ ਮੈਂਬਰ ਵੀ ਹੈ, ਉਹ ਤੋਂ ਉਸ ਤਰ੍ਹਾਂ ਲੜਿਆ ਨਹੀਂ ਜਾਣਾ, ਉਹ ਤੋਂ ਉਸ ਤਰ੍ਹਾਂ ਕੰਮ ਨਹੀਂ ਹੋਣਾ। ਇਹ ਕੰਮ ਬਹੁਤ ਵੱਡਾ ਯੁੱਧ ਹੈ, ਇਹ ਬਹੁਤ ਵੱਡਾ। ਸੋ ਇਹ ਤੇ ਮਤਲਬ ਉਹਨੇ ਉਹ ਕਿਤਾਬ ਲਿਖੀ ਸੀ ਵਾਟ ਇਜ਼ ਟੂ ਬੀ ਡਨ, ਕਿਉਂਕਿ ਉੱਥੇ ਫਿਰ ਜਿਹੜੇ ਕੁਝ ਬੰਦੇ ਸੀ ਉਹ ਇਹ ਕਹਿ ਰਹੇ ਸੀਗੇ, ਫਿਰ ਇਹ ਬਾਰ-ਬਾਰ ਆਇਆ ਕਮਿਊਨਿਸਟਾਂ 'ਚ ਵੀ ਯਾਰ ਸਾਨੂੰ ਸਿਆਸਤ ਤੋਂ ਪਾਸੇ ਰਹਿਣਾ ਚਾਹੀਦਾ, ਸਾਨੂੰ ਤਾਂ ਆਰਥਿਕ ਤੱਕ ਸੀਮਤ ਰਹਿਣਾ ਚਾਹੀਦਾ। ਆਹ ਹੁਣ ਤੁਸੀਂ ਦੇਖ ਲਓ ਕਿਸਾਨ ਸੰਘਰਸ਼ 'ਚ ਬਿਲਕੁਲ ਉਹੀ ਗੱਲ ਵੀ ਸਾਡਾ ਤਾਂ ਮੁੱਦੇ ਆਰਥਿਕ ਹੈ, ਇੱਥੇ ਕੋਈ ਸਿਆਸੀ ਗੱਲ ਨਹੀਂ ਹੋਣੀ ਚਾਹੀਦੀ। ਇਹ 1901 ਦੇ ਵਿੱਚ ਪਾਰਟੀ 'ਚ ਫੁੱਟ ਪਈ, 1903 'ਚ ਫੁੱਟ ਪਈ, 1901 'ਚ ਡਿਬੇਟ ਹੋ ਗਈ। ਤੇ ਉਹ ਫਿਰ ਜਿਹੜੀ ਫੁੱਟ ਪਈ ਉਹ ਲੈਨਨ ਦੀ ਅਗਵਾਈ ਹੇਠ ਜਿਹੜਾ ਧੜਾ ਸੀਗਾ ਉਹ ਮੈਜੋਰਟੀ 'ਚ ਸੀ, ਦੂਜੇ ਬੰਦੇ ਮਾਈਨੋਰਟੀ 'ਚ ਸੀ। ਤੇ ਰਸ਼ੀਅਨ ਬੋਲੀ 'ਚ ਮੈਜੋਰਟੀ ਨੂੰ ਬੋਲਸ਼ੇਵਿਕ ਕਿਹਾ ਜਾਂਦਾ, ਮਾਈਨੋਰਟੀ ਨੂੰ ਮੈਨਸ਼ੇਵਿਕ। ਸੋ ਫਿਰ ਟਰਮਾਂ ਹੀ ਬਣ ਗਈਆਂ, ਰੂਸ ਕਮਿਊਨਿਸਟ ਦੀ ਥਾਂ ਤੇ ਬੋਲਸ਼ੇਵਿਕ ਤੇ ਮੈਨਸ਼ੇਵਿਕ, ਇਹ ਦੋ ਧੜੇ ਬਣ ਗਏ ਉਹਨਾਂ ਦੇ। ਸੋ ਮੈਂ ਇਹ ਤਾਂ ਕਰ ਰਿਹਾ ਵੀ ਜਿਹੜੇ ਇਹ ਮਸਲੇ ਨੇ ਨਾ ਇਹ ਬਾਰ-ਬਾਰ ਆਉਂਦੇ ਨੇ ਇਸ ਤਰ੍ਹਾਂ ਦੇ। ਤੇ ਉਹ ਫਿਰ ਜਦੋਂ ਉੱਥੇ ਰੂਸ ਦੇ ਵਿੱਚ ਮਤਲਬ ਫੁੱਟ ਪੈ ਗਈ 3 ਦੇ ਵਿੱਚ,
ਤੇ 1905 ਦੇ ਵਿੱਚ 2 ਸਾਲ ਬਾਅਦ ਹੀ ਉੱਥੇ ਇੱਕ ਵੱਡਾ ਰੋਹ ਮਜ਼ਦੂਰ ਜਮਾਤ ਦਾ ਖੜਾ ਹੋ ਗਿਆ ਆਪਣੇ ਆਪ ਹੀ। ਆਪਣੇ ਆਪ। ਕੁਛ ਉਹਨਾਂ ਦੇ ਟ੍ਰੇਡ ਯੂਨੀਅਨਾਂ ਕੰਮ ਕਰਦੀਆਂ ਸੀਗੀਆਂ, ਪ੍ਰਾਪੇਗੰਡਾ ਵੀ ਹੁੰਦਾ ਸੀ। ਤੇ ਇੱਕ ਉਹਨਾਂ ਦਾ ਲੀਡਰ ਸੀ ਗੈਪਨ, ਪਾਦਰੀ ਸੀ ਉਹ ਬੜਾ ਪਾਪੂਲਰ ਲੀਡਰ ਬਣ ਕੇ ਉੱਭਰਿਆ ਸੀ ਉਹਨਾਂ ਦਾ, ਮਜ਼ਦੂਰਾਂ ਦਾ ਜਾਂ ਲੋਕਾਂ ਦਾ। ਸੋ ਉਹਨੇ ਮਤਲਬ ਇੱਕ ਵੱਡਾ ਮਾਰਚ ਜਾਂ ਕਹਿ ਲਓ ਕਿ ਡੈਮੋਨਸਟ੍ਰੇਸ਼ਨ ਆਰਗੇਨਾਈਜ਼ ਕੀਤਾ ਵੀ ਜਾ ਕੇ ਆਪਾਂ ਜਿਹੜਾ ਉਸ ਮੌਕੇ ਉੱਥੇ ਜ਼ਾਰ ਕਹਿੰਦੇ ਆ ਬਾਦਸ਼ਾਹ ਜੀ ਜੀ ਜੀ, ਉਹ ਸੀਗਾ ਨਿਕੋਲਸ ਸੈਕੰਡ। ਉਹ ਵੀ ਉਹਨੂੰ ਜਾ ਕੇ ਮੰਗ ਪੱਤਰ ਦੇਣਾ। ਰੂਸ ਦੇ ਵਿੱਚ ਮੇਹਰ ਸਿੰਘ 300 ਸਾਲ ਤੋਂ ਇੱਕੋ ਖਾਨਦਾਨ ਦਾ ਰਾਜ ਚੱਲ ਰਿਹਾ ਸੀ, ਰੋਮਾਨੋਵ। ਉਹਨਾਂ ਦੇ 300 ਸਾਲ ਤੋਂ ਕੰਟੀਨਿਊਸ ਤੇ ਬਹੁਤ ਹੀ ਵਹਿਸ਼ੀ ਰਾਜ। ਤੇ ਰੂਸ ਦੇ ਵਿੱਚ ਇੰਨੀਆਂ ਨੈਸ਼ਨੈਲਿਟੀਜ਼, ਇੰਨੀਆਂ ਕਲਚਰਸ, ਇੰਨੀਆਂ ਲੈਂਗੁਏਜਸ ਸੀ। ਤੇ ਉਹ ਫਿਰ ਟਰਮ ਇੱਕ ਚੱਲ ਗਈ ਸੀ ਵੀ ਰੂਸ ਹੈ ਉਹ ਕੌਮਾਂ ਦਾ ਜੇਲ੍ਹ ਖਾਨਾ ਹੈ, ਪ੍ਰਿਜ਼ਨ ਹਾਊਸ ਆਫ ਨੇਸ਼ਨਸ। ਕਿਉਂਕਿ ਜਿਹੜੀ ਗ੍ਰੇਟ ਰਸ਼ੀਅਨ ਨੇਸ਼ਨ ਹੈ ਉਹ ਮੈਜੋਰਟੀ 'ਚ ਸੀ, ਉਹੀ ਡੋਮੀਨੇਟ ਕਰਦੀ ਸੀ ਤੇ ਦੂਜਿਆਂ ਨੂੰ ਉਹ ਸਾਰੇ ਗੁਲਾਮ ਬਣਾ ਕੇ ਦਬਾ ਕੇ ਰੱਖਿਆ ਹੋਇਆ ਸੀ। ਸੋ ਇੱਕ ਪਾਸੇ ਮਜ਼ਦੂਰ ਜਮਾਤ ਤੇ ਜ਼ੁਲਮ, ਇੱਕ ਪਾਸੇ ਆ ਸਾਰੀਆਂ ਨੈਸ਼ਨੈਲਿਟੀਜ਼ ਤੇ ਮਤਲਬ ਨਰਕ ਸੀ ਰੂਸ ਉਸ ਮੌਕੇ ਦਾ। ਉਹਦੇ ਖਿਲਾਫ ਉਹ ਗੈਪਨ ਨੇ ਆਰਗੇਨਾਈਜ਼ ਕਰ ਲਿਆ ਤੇ ਮੈਮੋਰੈਂਡਮ ਦੇਣ ਚੱਲੇ ਸੀ। ਐਤਵਾਰ ਦਾ ਦਿਨ ਸੀ, ਉਹ ਤੇ ਉਹਨਾਂ ਨੇ ਮਤਲਬ ਫਾਇਰਿੰਗ ਖੋਲ੍ਹਤੀ ਕਿਉਂਕਿ ਉਹਨਾਂ ਦੀ ਇੱਕ ਸ਼ਾਹੀ ਫੌਜ ਹੁੰਦੀ ਹੈ, ਰਾਇਲ ਆਰਮੀ। ਉਹ ਵਫਾਦਾਰ ਹੈ ਪੂਰਨ ਬਾਦਸ਼ਾਹ ਦੀ। ਸੋ ਉਹਨਾਂ ਨੇ ਉਹ ਸਾਰਾ ਲਹੂ ਲੁਹਾਨ ਕਰਤਾ ਸੜਕਾਂ ਦੇ ਉੱਤੇ, ਬਹੁਤ ਲੋਕ ਮਾਰਤੇ। ਤੇ ਇਹ ਤੇ ਬੜਾ ਮਤਲਬ ਲੋਕਾਂ ਨੂੰ ਜਿਵੇਂ ਹੁੰਦਾ ਨਾ ਫਿਰ ਵੀ ਯਾਰ ਇਹ ਗਲਤੀ ਸੀ, ਬਹੁਤ ਨੁਕਸਾਨ ਕਰਵਾ ਲਿਆ। ਇਹ ਤੇ ਫਿਰ ਪਾਰਟੀ 'ਚ ਬਖੇੜਾ ਖੜਾ ਹੋ ਗਿਆ। ਜਿਹੜਾ ਪਲੈਖਾਨੋਵ ਸੀ ਉਹ ਕਹਿੰਦਾ ਇਹ ਬਹੁਤ ਗਲਤ ਹੋਇਆ, ਇਹਦੇ ਨਾਲ ਸਾਨੂੰ ਧੱਕਾ ਬਹੁਤ ਵੱਜਿਆ, ਇਹ ਹੋਣਾ ਨਹੀਂ ਸੀ ਚਾਹੀਦਾ, ਜਾਨਾਂ ਬਚਾਈਆਂ ਜਾ ਸਕਦੀਆਂ ਸੀ, ਇਹ ਗਲਤੀ ਸੀ ਸਾਡੀ। ਲੈਨਨ ਕਹਿੰਦਾ ਵੀ ਨਹੀਂ, ਇਹ ਕੋਈ ਗਲਤੀ ਨਹੀਂ, ਇਹਨਾਂ ਰਾਹਾਂ ਰਾਹੀਂ ਅੱਗੇ ਵਧਣਾ, ਇਹ ਤਾਂ ਹੋਣਾ ਹੀ ਹੈ। ਤੇ ਇਹ ਫਿਰ ਬਾਅਦ 'ਚ ਗੱਲ ਨਿਕਲੀ, ਜਿਹੜਾ ਉਹ ਪਾਦਰੀ ਸੀ ਗੈਪਨ, ਉਹ ਅੰਦਰੋਂ ਉਹਦੇ ਨਾਲ ਮਿਲਿਆ ਹੋਇਆ ਸੀ ਬਾਦਸ਼ਾਹ ਨਾਲ। ਉਹ ਲੈਨਨ ਕਹਿੰਦਾ ਭਾਵੇਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਲੋਕਾਂ ਦਾ ਰੋਹ ਸੱਚਾ ਸੀ। ਟੀਚਾ ਕੀ ਹੈ? ਹਾਂ, ਲੋਕਾਂ ਦਾ ਰੋਹ ਸੱਚਾ ਸੀ। ਤੇ ਇਹ 1905 ਦਾ ਇਨਕਲਾਬ ਇਹ ਜਿਹੜਾ ਕੁਚਲਿਆ ਗਿਆ ਨਾ, ਇਹਨੇ ਅਗਲੇ ਇਨਕਲਾਬ ਵਾਸਤੇ ਜ਼ਮੀਨ ਤਿਆਰ ਕਰਨੀ ਹੈ। ਮਤਲਬ ਦੇਖਣ ਦਾ ਨਜ਼ਰੀਏ ਸੀਗੇ ਵੀ ਇਸ ਤਰ੍ਹਾਂ ਉਹਨਾਂ ਨੇ ਉਹ ਕੀਤਾ। ਸੋ ਇਹ 5 ਦੇ ਵਿੱਚ ਉਹ ਐਤਵਾਰ ਨੂੰ ਖੂਨੀ ਐਤਵਾਰ ਕਹਿੰਦੇ ਆ, ਬਲੱਡੀ ਸੰਡੇ, ਤੇ ਉਹ ਹੋਇਆ। ਤੇ 1914 'ਚ ਫਿਰ ਉਹ ਜੰਗ ਭੜਕ ਪਈ ਤੇ ਰੂਸ ਦੇ ਉੱਤੇ ਜਾਪਾਨ ਤੇ ਜਰਮਨੀ ਨੇ ਦੋਹਾਂ ਨੇ ਹਮਲਾ ਕਰਤਾ। ਤੇ ਉਹ ਫਿਰ ਉੱਥੇ ਉਹਨਾਂ ਨੇ ਚਲੋ ਜੰਗ ਦੇ ਪੱਖ 'ਚ ਇੱਕ ਜਿਵੇਂ ਬਾਦਸ਼ਾਹ ਨੇ, ਸਰਕਾਰ ਨੇ ਇੱਕ ਮਾਹੌਲ ਬਣਾ ਲਿਆ ਦੇਸ਼ ਭਗਤੀ ਦਾ। ਉਹ ਐਡਾ ਬਣ ਗਿਆ ਵੀ ਤਕਰੀਬਨ ਸਾਰੀਆਂ ਪਾਰਟੀਆਂ ਜੰਗ ਦੀ ਹਮਾਇਤ 'ਚ ਆ ਗਈਆਂ, ਸਾਰੇ ਵਰਗ ਹਮਾਇਤ 'ਚ ਆ ਗਏ। ਜਿੰਨੇ ਇਲੈਕਟਿਡ ਮੈਂਬਰ ਸੀਗੇ ਉੱਥੇ ਡਿਊਮਾ ਕਹਿੰਦੇ ਸੀ, ਜਿਹੜਾ ਲੋਅਰ ਹਾਊਸ ਹੈ ਜਿਵੇਂ ਆਪਣੇ ਪਾਰਲੀਮੈਂਟ ਹੈ ਨਾ, ਉਹ ਡਿਊਮਾ ਉਹਨੂੰ ਕਹਿੰਦੇ ਨੇ ਰਸ਼ੀਅਨ ਦੇ ਵਿੱਚ। ਉਹਦੇ ਮੈਂਬਰਾਂ ਨੇ ਮਤਾ ਪਾਸ ਕਰਤਾ ਜੰਗ ਦੀ ਹਮਾਇਤ। ਮਤਲਬ ਇਹ ਮਾਹੌਲ ਉਦੋਂ ਬਣ ਗਿਆ ਸੀ। ਸੋ ਇਹ ਕਮਿਊਨਿਸਟ ਰਹਿ ਗਏ ਸੀਗੇ ਜਿਹੜੇ ਲੈਨਨ ਨੂੰ ਥੋੜ੍ਹੇ, ਮਿਨੋਰਟੀ ਦੇ ਵਿੱਚ ਬਹੁਤ ਥੋੜ੍ਹੇ। ਤੇ ਚਲੋ ਪਰ ਉਹ ਚੱਲਿਆ ਸਿਲਸਿਲਾ ਉੱਥੇ। ਤੇ ਉਹਦੇ 'ਚ ਫਿਰ ਉਹਨਾਂ ਨੇ ਕੀ ਕੀਤਾ ਕਿ ਬਹੁਤ ਵੱਡੀ ਇੱਕ ਟਰਮ ਚੱਲਦੀ ਹੈ ਨੈਸ਼ਨਲ ਸ਼ੋਵਨਿਜ਼ਮ। ਇੱਕ ਤਾਂ ਹੁੰਦਾ ਨਾ ਨੈਸ਼ਨਲਿਜ਼ਮ, ਉਹ ਤਾਂ ਬੜਾ ਟਰਮ ਸੌਫਟ ਹੈ। ਨੈਸ਼ਨਲ ਸ਼ੋਵਨਿਜ਼ਮ ਹੈ ਵੀ ਤੁਸੀਂ ਹੰਕਾਰ ਪੈਦਾ ਕਰ ਦਿਓ ਲੋਕਾਂ, ਜਿਵੇਂ ਮੋਦੀ ਕਰ ਰਿਹਾ ਨਾ, ਹਿੰਦੂ ਤਾਂ ਵੀ ਅਸੀਂ ਵਿਸ਼ਵ ਗੁਰੂ, ਅਸੀਂ ਦੁਨੀਆ ਦੀ ਉੱਭਰ ਰਹੀ ਤਾਕਤ, ਅਸੀਂ ਉਹ ਇੱਕ ਹੰਕਾਰ ਆ ਤੁਹਾਡੇ 'ਚ ਪੈਦਾ ਹੋ ਗਿਆ। ਤੇ ਉੱਥੇ ਉਹਨਾਂ ਨੇ ਉਹ ਗ੍ਰੇਟ ਰਸ਼ੀਅਨ ਕੌਮ ਦਾ ਤੇ ਹੋਰ ਸਾਰਾ ਬਣਾ ਕੇ ਤੇ ਇਹ ਲੋਕਾਂ 'ਚ ਉਹ ਹੰਕਾਰ ਦੀ ਲਹਿਰ ਇੱਕ ਪੈਦਾ ਕੀਤੀ। ਪਰ ਜੰਗ ਦਾ ਜਿਹੜਾ ਸੀਗੀ ਸਾਰੀ ਡਿਵੈਲਪਮੈਂਟ, ਇਹ ਗੱਲ ਸਮਝਣ ਵਾਲੀ ਹੈ, ਮੌਕੇ ਕਿਵੇਂ ਦਿੰਦਾ। ਇੱਕ ਤਾਂ ਇਹਦੇ 'ਚੋਂ ਇਹ ਦੇਖਣ ਵਾਲੀ ਹੈ ਸਾਡੇ ਵਾਸਤੇ, ਜੰਗ ਜਿਹੜੀ ਹੈ ਬਹੁਤ ਵੱਡੀ ਚੁਣੌਤੀ ਵੀ ਖੜੀ ਕਰਦੀ, ਮੁਸ਼ਕਲਾਂ ਵੀ, ਪਰ ਓਡੀ ਪਾਵਰਫੁਲ ਮੌਕੇ ਵੀ ਦਿੰਦੇ। ਸੋ ਉੱਥੇ ਕੀ ਹੋ ਗਿਆ ਕਿ ਜੰਗ ਦੇ ਮੋਰਚੇ ਤੋਂ ਹਾਰਾਂ ਸ਼ੁਰੂ ਹੋ ਗਈਆਂ ਰੂਸ ਦੀਆਂ। ਉਹ ਇੰਨੀਆਂ ਹੋ ਗਈਆਂ
ਕਿ 1917 ਤੱਕ 3 ਸਾਲਾਂ 'ਚ 60 ਲੱਖ ਕੈਜੂਅਲਟੀਜ਼ ਜਾਂ ਮਰ ਗਏ ਜਾਂ ਜ਼ਖਮੀ ਜਾਂ ਲਾਪਤਾ। ਹੁਣ 60 ਲੱਖ ਇਹ ਕੋਈ ਛੋਟੀ ਗੱਲ ਨਹੀਂ। ਹੁਣ ਜਦੋਂ ਪਛਾੜਾ ਹੋਣ ਲੱਗ ਜਾਣ ਫਿਰ ਖਿੰਡਦਾ ਸਭ ਕੁਝ। ਜੀ ਜੀ ਜੀ। ਤੇ ਉਹਦੇ 'ਚ ਕੀ ਹੋ ਗਿਆ ਕਿ ਲੋਕ ਫੌਜ 'ਚੋਂ ਭੱਜਣ ਲੱਗ ਗਏ ਤੇ 1 ਮਹੀਨੇ 'ਚ 34,000 ਪਰ ਮੰਥ ਰੇਟ ਬਣ ਗਿਆ, ਡਿਜ਼ਰਸ਼ਨ ਰੇਟ ਜਿਹਨੂੰ ਕਹਿੰਦੇ। ਏਡੀ ਵੱਡੀ ਪੱਧਰ ਤੇ ਦੂਜੀ ਗੱਲ ਲੋਕਾਂ ਦੇ ਵਿੱਚ ਹੋ ਗਈ, ਹਾਹਾਕਾਰ ਮੱਚ ਗਈ। ਇੱਕ ਤਾਂ ਜੰਗ ਦੀ ਜਲਾਲਤ ਜੀ ਵੀ ਡਿਫੀਟ ਹੋ ਰਹੀ ਹੈ, ਦੂਜੀ ਗੱਲ ਮੁਸ਼ਕਲਾਂ, ਰੋਟੀ ਖਤਮ ਹੋ ਗਈ ਕਿਉਂਕਿ ਪ੍ਰੋਡਕਸ਼ਨ ਤਾਂ ਬੰਦ ਹੋ ਜਾਂਦੀ ਹੈ ਸਾਰੀ। ਉਹਦੇ 'ਚ ਮਤਲਬ ਨਾ ਅਨਾਜ ਮਿਲ ਰਿਹਾ ਨਾ ਰੁਜ਼ਗਾਰ ਮਿਲ ਰਿਹਾ। ਜੀ ਜੀ। ਉਹ ਫੂਡ ਦੀ ਤੇ ਰੁਜ਼ਗਾਰ ਦੀ ਉਹ ਆ ਗਈ। ਹੁਣ ਉਹ ਜਿਹੜਾ ਰਾਜਧਾਨੀ ਸੀ ਉਹਨਾਂ ਦੀ ਪੀਟਰੋਗਰਾਦ, ਜਿਹਨੂੰ ਸੇਂਟ ਪੀਟਰਸਬਰਗ ਬਾਅਦ 'ਚ ਕਹਿਣ ਲੱਗ ਗਏ, ਤੇ ਉਹ ਉਦੋਂ ਪੀਟਰੋਗਰਾਡ ਕਹਿੰਦੇ ਸੀ। ਇਹ ਨਾਂ ਬਦਲਦੇ ਰਹਿੰਦੇ ਨੇ ਜਿਉਂ-ਜਿਉਂ ਸਰਕਾਰਾਂ ਬਦਲਦੀਆਂ। ਮੁੜ ਕੇ ਕਮਿਊਨਿਸਟਾਂ ਨੇ ਆ ਕੇ ਉਹਨੂੰ ਲੈਨਿਨਗਰਾਦ ਕਹਿਤਾ, ਉਹਦਾ ਨਾਂ ਬਦਲ ਲਿਆ। ਸੋ ਉਹ ਸੇਂਟ ਪੀਟਰ ਸੀਗਾ ਕੋਈ ਉਹਨਾਂ ਦਾ ਸੰਤ ਜੀ, ਉਹਦੇ ਨਾਂ ਤੇ ਉਹ ਸੇਂਟ ਪੀਟਰਸਬਰਗ ਕਹਿੰਦੇ ਸੀ। ਇਹਨਾਂ ਨੇ ਪੀਟਰਸਗਰਾਡ ਉਹਦਾ ਨਾਂ ਰੱਖਿਆ ਹੋਇਆ ਸੀਗਾ। ਉਹ ਸ਼ਹਿਰ ਦੇ ਵਿੱਚ ਲੋਕਾਂ 'ਚ ਬੇਚੈਨੀ ਬਹੁਤ ਮੱਚ ਪਈ। ਬੇਚੈਨੀ ਇੰਨੀ ਮੱਚ ਪਈ ਵੀ ਸੜਕਾਂ ਤੇ ਨਿਕਲ ਆਏ ਲੋਕ, ਲੁੱਟਣ ਲੱਗ ਗਏ, ਸਟੋਰ ਲੁੱਟਣ ਲੱਗ ਗਏ ਬ੍ਰੈਡ ਦੇ। ਤੇ ਉੱਥੇ ਇਹਨਾਂ ਨੇ ਨਾ ਰਾਸ਼ਨਿੰਗ ਕਰਤੀ ਸੀ, ਫੂਡ ਰਾਸ਼ਨਿੰਗ, ਵੀ ਹਫ਼ਤੇ 'ਚ ਇੰਨੀ ਬ੍ਰੈਡ ਹੀ ਮਿਲੂ, ਇਦੋਂ ਵੱਧ ਨਹੀਂ ਮਿਲ ਸਕਦਾ। ਉਹ ਜਦੋਂ ਉਹਨਾਂ ਨੇ ਕੀਤੀ ਤਾਂ ਉਹਦੇ 'ਚ ਲੋਕਾਂ ਨੇ ਗੁੱਸਾ ਆ ਗਿਆ ਤੇ ਸੜਕਾਂ ਤੇ ਨਿਕਲ ਆਏ। ਸੜਕਾਂ ਤੇ ਨਿਕਲ ਆਏ ਤੇ ਉਧਰੋਂ ਉਹਨਾਂ ਨੇ ਜ਼ੁਲਮ ਕਰਨਾ ਸ਼ੁਰੂ ਕਰਤਾ। ਅਖੀਰ ਨੂੰ ਕੀ ਹੋਇਆ, ਆਪਾਂ ਬਹੁਤੀ ਲੰਬੀ ਗੱਲ ਨਾ ਕਰੀਏ, ਵੀ ਜਿਹੜੇ ਫੌਜੀ ਸੀ ਕੁਛ ਜੰਗ ਤੋਂ ਸਤੇ ਹੋਏ, ਬਹੁਤ ਵੱਡਾ ਹਿੱਸਾ ਉਹ ਲੋਕਾਂ ਨਾਲ ਆ ਰਹੇ, ਵਿਦਰੋਹੀਆਂ ਨਾਲ ਉਹ ਆ ਰਹੇ, ਕਿਸਾਨ ਆ ਰਹੇ, ਤੇ ਉਧਰੋਂ ਇਹ ਮਜ਼ਦੂਰ ਸੀਗੇ। ਉਹੀ ਜਿਵੇਂ ਪੈਰਿਸ ਹੋਇਆ, ਹਾਂ ਉਵੇਂ ਇੱਥੇ ਵੀ ਹੋਇਆ। ਇਹ ਹੁੰਦਾ ਜਿੰਨਾ ਚਿਰ ਇਹ ਨਹੀਂ ਹੋਊ, ਜਿੰਨਾ ਚਿਰ ਫੌਜ 'ਚੋਂ ਡਿਜ਼ਰਸ਼ਨ ਨਹੀਂ ਹੋਊ, ਜਿੰਨਾ ਚਿਰ ਫੌਜ 'ਚ ਤਰੇੜਾਂ ਨਹੀਂ ਪੈਣਗੀਆਂ, ਉਹਨਾਂ ਚਿਰ ਕਿਸੇ ਹਕੂਮਤ ਨੂੰ ਉਲਟਾਉਣਾ ਤਾਕਤ ਨਾਲ ਇਹ ਬਹੁਤ ਔਖਾ ਹੈ। ਪਰ ਇਹ ਆਉਂਦੀਆਂ, ਇਹ ਅਟੱਲ ਹੈ, ਇਨਐਵੀਟੇਬਲ ਹੈ। ਤੇ ਚਲੋ ਉਹ ਜਦੋਂ ਆ ਗਿਆ, ਉਧਰੋਂ ਜਿਹੜੀ ਉਹਦੀ ਸੀਗੀ ਰਾਇਲ ਆਰਮੀ ਆਪਣੀ ਦੀ ਬਾਦਸ਼ਾਹ ਦੀ, ਉਹਦੀ ਡਿਫੈਂਸ 'ਚ ਖੜ ਗਈ। ਉਹਦੇ ਨਾਲ ਵੀ ਕਲੈਸ਼ ਹੋ ਗਿਆ, ਟਕਰਾਅ ਹੋ ਗਿਆ, ਫੌਜ ਨਾਲ ਕਲੈਸ਼ ਹੋ ਗਿਆ। ਸੋ ਜੰਗ ਦੇ ਮੋਰਚੇ ਤੋਂ ਜਦੋਂ ਲੱਗਿਆ ਵੀ ਬਹੁਤ ਪਛਾੜ ਹੋ ਰਹੀ ਹੈ, ਤਾਂ ਜਿਹੜਾ ਇਹ ਬਾਦਸ਼ਾਹ ਸੀਗਾ ਨਿਕੋਲਸ ਦੂਜਾ ਐਂਪਰਰ, ਇਹ ਖੁਦ ਜਾ ਕੇ ਨੇ ਕਮਾਨ ਸੰਭਾਲ ਲਈ ਮੋਰਚੇ ਤੇ, ਵੀ ਮੈਂ ਕਮਾਨ ਸੰਭਾਲਦਾ। ਹੁਣ ਉਹਦਾ ਨਾ ਤਾਂ ਉਹਦੇ ਕੋਲ ਯੋਗਤਾ ਸੀ ਨਾ ਸਮਰੱਥਾ ਸੀ। ਸੋ ਇੱਥੋਂ ਵਿਹਲਾ ਹੋ ਗਿਆ ਸ਼ਹਿਰ, ਤਖਤ ਵਿਹਲਾ ਹੈ, ਤਖਤ ਵਿਹਲਾ, ਉਹਦੇ ਘਰ ਵਾਲੀ ਦੇ ਹੱਥ 'ਚ ਆ ਗਈ ਤਾਕਤ। ਘਰ ਵਾਲੀ ਜਰਮਨ ਸੀ, ਜਿਹਦੇ ਬਾਰੇ ਲੋਕਾਂ ਨੂੰ ਇਹ ਅਫਵਾਹ ਫੈਲ ਗਈ ਵੀ ਤਾਂ ਜਰਮਨ ਦੀ ਏਜੰਟ ਹੈ। ਤੇ ਇੱਕ ਉੱਥੇ ਕਰੈਕਟਰ ਸੀ ਕੋਈ ਰਾਸਪੂਤੀਨ, ਇਹ ਮੁੜ ਕੇ ਬਹੁਤ ਲਿਟਰੇਚਰ 'ਚ ਹੀ ਆ ਗਿਆ ਇਹ ਸ਼ਬਦ। ਰਾਸਪੂਤੀਨ ਸਮਝ ਲਓ ਵੀ ਕੋਈ ਸਿਰੇ ਦਾ ਗੁੰਡਾ ਬੰਦਾ, ਪਰ ਪਾਵਰ ਇੰਨੀ ਆ ਗਈ। ਇਹ ਸਾਡੇ ਵੀ ਇੱਥੇ ਸਰਕਾਰਾਂ ਹੁੰਦੀਆਂ ਨਾ, ਇੰਦਰਾ ਗਾਂਧੀ ਵੇਲੇ ਧਿਰੇਂਦਰ ਬ੍ਰਹਮਚਾਰੀ ਸੀ, ਕੈਪਟਨ ਅਮਰਿੰਦਰ ਸਿੰਘ ਵੇਲੇ ਤੁਸੀਂ ਕਈ ਨਾਂ ਸੁਣੇ ਹਨ ਜਿਹੜੇ ਉਹਦੇ ਨੇੜੇ ਸੀ ਤੇ ਚੰਮਦੀਆਂ ਚਲਾਉਂਦੇ ਸੀ। ਇਹ ਰਾਸਪੂਤੀਨ ਇਹੋ ਜਿਹਾ ਸੀ। ਸੋ ਇਹਦੇ ਖਿਲਾਫ ਵੀ ਲੋਕਾਂ ਨੂੰ ਬਹੁਤ ਗੁੱਸਾ ਸੀ। ਅਖੀਰ ਨੂੰ ਕੀ ਹੋਇਆ ਵੀ ਲੋਕਾਂ ਨੇ ਉਹਨੂੰ ਮਾਰਤਾ। ਦਸੰਬਰ 1916 'ਚ ਉਹਨੂੰ ਗੋਲੀ ਮਾਰਤੀ ਤੇ ਉਹ ਰਾਣੀ ਭੱਜ ਗਈ। ਮਤਲਬ ਇਸ ਤਰ੍ਹਾਂ ਭਾਜੜ ਜੀ ਪੈ ਗਈ। ਫਿਰ ਉਹ ਐਂਪਰਰ ਮੋਰਚੇ ਤੋਂ ਵਾਪਸ ਆਇਆ, ਪਰ ਉਦੋਂ ਨੂੰ ਤਾਂ ਗੱਲ ਵਿਗੜ ਚੁੱਕੀ ਸੀ। ਅਖੀਰ ਨੂੰ ਜੀ ਇਹ ਲਹਿਰ ਚੱਲਦੀ ਉਹਨੂੰ ਨਾ ਗੱਦੀ ਛੱਡਣੀ ਪਏਗੀ, ਤੇ ਗੱਦੀ ਛੱਡਣੀ ਪਏਗੀ ਤੇ ਫਿਰ ਇੱਕ ਆਰਜੀ ਸਰਕਾਰ, ਪ੍ਰੋਵਿਜ਼ਨਲ ਗਵਰਨਮੈਂਟ ਉਹ ਬਣ ਗਈ, ਜਿਹਦੇ 'ਚ ਸਾਰੀ ਕਿਸਮ ਦੀਆਂ ਤਾਕਤਾਂ ਉਹਦੇ 'ਚ ਕੰਜ਼ਰਵੇਟਿਵ ਜਿਹਨੂੰ ਇਹ ਕਹਿ ਲਈਏ ਵੀ ਸ਼ਾਖੜੀ ਵਿਚਾਰਾਂ ਵਾਲੇ ਵੀ, ਤੇ ਸੋਸ਼ਲਿਸਟ ਵੀ, ਤੇ ਦੂਸਰੇ ਵੀ, ਉਹ ਰਲ ਮਿਲ ਕੇ ਜੇ ਇੱਕ ਉਹ ਪ੍ਰੋਵਿਜ਼ਨਲ ਗਵਰਨਮੈਂਟ ਬਣ ਗਈ। ਤਾਂ ਇਸ ਮੌਕੇ ਦੇ ਉੱਤੇ ਜਿਹੜਾ ਲੈਨਨ ਸੀਗਾ, ਜਦੋਂ ਉਹਨੇ ਦੇਖਿਆ ਮਤਲਬ ਵੀ ਭਖ ਰਿਹਾ ਮਾਹੌਲ, ਤੇ ਉਹ 16 ਦੇ ਵਿੱਚ ਹੀ, ਉਹ ਪਹਿਲਾਂ ਦੇਸ਼ 'ਚੋਂ ਬਾਹਰ ਸੀ ਕਿਉਂਕਿ ਉਹਨੂੰ ਦੇਸ਼ 'ਚ ਰਹਿਣ ਨਹੀਂ ਸੀ ਦਿੰਦੇ, ਤੇ ਉਹਨੇ ਸ਼ਰਨ ਲਈ ਹੋਈ ਸੀ ਸਵਿਟਜ਼ਰਲੈਂਡ 'ਚ। ਸੋ ਉੱਥੋਂ ਉਹ ਆ ਗਿਆ ਭੇਸ ਵਟਾ ਕੇ ਟ੍ਰੇਨ ਤੇ, ਉਹ ਮਾਸਕੋ 'ਚ ਆ ਗਿਆ, ਇੱਥੇ ਆ ਗਿਆ ਮਤਲਬ ਪੀਟਰੋਗਰਾਦ ਦੇ ਵਿੱਚ। ਤੇ ਉਹਨੇ ਆ ਕੇ ਮਤਲਬ ਸਿੱਧੀ ਅਗਵਾਈ ਆਪਦੇ ਹੱਥ 'ਚ ਕਮਾਂਡ ਲੈ ਲਈ ਉਹਨੇ, ਤੇ ਉਹ ਇੱਕ ਤਾਂ ਆਰਜੀ ਸਰਕਾਰ ਬਣ ਗਈ,
ਹੈ ਨਾ ਪਾਰਟੀਆਂ ਦੀ। ਇਹਨਾਂ ਨੇ ਕੀ ਕੀਤਾ ਕਿ ਸੋਵੀਅਤ ਬਣਾ ਲਈ ਵਰਕਰਾਂ ਦੀ। ਸੋਵੀਅਤ ਹੁੰਦੀ ਹੈ ਸਭਾ, ਮਤਲਬ ਰਸ਼ੀਅਨ ਬੋਲੀ 'ਚ ਸੋਵੀਅਤ ਦਾ ਮਤਲਬ ਇੱਕ ਕੌਂਸਲ ਜਾਂ ਸਭਾ, ਵੀ ਵਰਕਰਾਂ, ਫੌਜੀਆਂ ਤੇ ਕਿਸਾਨਾਂ ਨੂੰ ਇੱਕ ਪੈਰਲਲ ਇਕੱਠੇ ਕਰ ਗਵਰਨਮੈਂਟ। ਲਏ। ਹਾਂ ਸੋ ਦੋ ਸਰਕਾਰਾਂ, ਦੋ ਤਾਕਤਾਂ ਹੋਂਦ ਚ ਆ ਗਈਆਂ, ਡਿਊਲ ਪਾਵਰ। ਜੀ। ਤੇ ਉਹਦੇ 'ਚ ਫਿਰ ਇਹ ਹੌਲੀ ਹੌਲੀ ਇਹ ਹੋ ਗਿਆ ਵੀ ਸੋਵੀਅਤ ਪਾਵਰ ਜ਼ਿਆਦਾ ਤਾਕਤਵਰ ਹੋ ਗਈ। ਪਰ ਜਿਹੜੀ ਉਹ ਆਰਜੀ ਸਰਕਾਰ ਸੀ ਉਹਨੇ ਵੀ ਕਈ ਫੈਸਲੇ ਨੂੰ ਕਰਨੇ ਪਏ, ਪ੍ਰੈਸ ਦੀ ਆਜ਼ਾਦੀ ਤੇ ਜਿਹੜੀ ਮੌਤ ਦੀ ਸਜ਼ਾ ਖਤਮ ਕਰਤੀ, ਰਾਜਸੀ ਕੈਦੀ ਰਿਹਾ ਕਰਤੇ, ਉਹ ਸਟੈਪ ਚੁੱਕੇ ਉਹਨੇ। ਪਰ ਇਹ ਜਿਹੜੇ ਸੀਗੇ ਮਜ਼ਦੂਰਾਂ ਵਾਲੀ ਸੋਵੀਅਤ, ਇਹਨੇ ਇਹ ਇਦੋਂ ਵੀ ਅੱਗੇ ਗਈ। ਇਹ ਕਹਿੰਦੇ ਵੀ ਜੰਗ ਦੇ ਖਿਲਾਫ ਫੈਸਲਾ। ਸੋ ਮੁੱਦਾ ਫਿਰ ਬਣ ਗਿਆ ਵੀ ਜੰਗ ਨਹੀਂ ਹੋਣੀ ਚਾਹੀਦੀ। ਹਾਂ, ਉਹ ਪਰ ਜਿਹੜੇ ਆਰਜੀ ਸਰਕਾਰ ਵਾਲੇ ਸੀਗੇ, ਪਹਿਲਾਂ ਉਹਦਾ ਪ੍ਰਧਾਨ ਜਿਹੜਾ ਮੁਖੀ ਸੀਗਾ ਉਹ ਸੀਗਾ ਰਾਜਕੁਮਾਰ ਲਵੋਗ। ਮੁੜ ਕੇ ਫਿਰ ਉਹਨੂੰ ਵੀ ਲਾਤਾ। ਫਿਰ ਇੱਕ ਬੰਦਾ ਆਇਆ ਉੱਥੇ, ਕਰੰਸਕੀ, ਉਹ ਸੋਸ਼ਲਿਸਟ ਰੈਵੋਲੂਸ਼ਨਰੀ ਪਾਰਟੀ ਸੀ ਉੱਥੇ ਇੱਕ ਬੜੀ ਤਕੜੀ, ਉਹਦਾ ਲੀਡਰ ਸੀ। ਉਹ ਹੁਣ ਬਹੁਤ ਮੁੱਦਿਆਂ ਤੇ ਤਾਂ ਸੋਵੀਅਤ ਦੇ ਨਾਲ ਸੀ, ਪਰ ਜੰਗ ਤੇ ਉਹ ਕਹਿੰਦਾ ਸੀ ਨਹੀਂ। ਫਿਰ ਲੈਨਨ ਨੇ ਜਾਂ ਸੋਵੀਅਤ ਨੇ ਮਤਲਬ ਪੋਜੀਸ਼ਨ ਲੈ ਲਈ ਵੀ ਜੰਗ ਤੇ ਕਲੀਅਰ ਕੱਟ ਪੋਜੀਸ਼ਨ, ਵੀ ਇਹ ਲੋਕਾਂ ਦੇ ਖਿਲਾਫ ਹੈ ਜੰਗ, ਸਾਡਾ ਇਹਦੇ 'ਚ ਕੋਈ ਮਤਲਬ ਨਹੀਂ। ਉਹਨੇ ਨਾਰਾ ਦਿੱਤਾ ਰੈਵੋਲੂਸ਼ਨਰੀ ਡਿਫੀਟਿਜ਼ਮ, ਹਰਾਓ ਦੇਸ਼ ਨੂੰ। ਇਹ ਬਹੁਤ ਉਸ ਮੌਕੇ ਦੇ ਉੱਤੇ, ਪਰ ਉਹ ਹਾਲਤਾਂ ਇਹੋ ਜਿਹੀਆਂ ਬਣ ਗਈਆਂ ਸੀ, ਲੋਕ ਅੱਕ ਚੁੱਕੇ ਸੀਗੇ ਲਗਾਤਾਰ। ਤੇ ਉਹਨਾਂ ਨੇ ਮਤਲਬ ਫਿਰ ਬੜੀ ਮਤਲਬ ਫੌਜ ਇੰਨੀ ਉਹਦੇ ਨਾਲ ਆ ਰਲੀ ਸੀ, ਬਹੁਤ ਕਾਫੀ ਹਿੱਸਾ। ਸੋ ਜਿਹੜੇ ਵਫਾਦਾਰ ਸੀਗੇ ਉਹ ਮੋਰਚਿਆਂ ਤੇ ਲੜੀ ਗਏ, ਜਿਹੜੇ ਐਂਪਰਰ ਦੇ ਜਾਂ ਸਰਕਾਰ ਦੇ ਵਫਾਦਾਰ ਸੀ। ਸੋ ਇਹ ਚੱਲੀ ਜੀ ਆਰਜੀ ਸਰਕਾਰ। ਸੋ ਇਹ ਬਣੀ ਸੀਗੀ ਫਰਵਰੀ ਦੇ ਵਿੱਚ, ਤੇ ਜੁਲਾਈ 'ਚ ਇਹਨੇ ਜਾ ਕੇ ਲੋਕਾਂ ਤੇ ਜ਼ੁਲਮ ਸ਼ੁਰੂ ਕਰਤੇ। ਉਹ ਦੇਖਿਆ ਵੀ ਲੋਕ ਤਾਂ ਉੱਠ ਰਹੇ ਨੇ, ਕਿਉਂਕਿ ਜਿਹੜੀ ਸੋਵੀਅਤ ਸੀ ਨਾ ਉਹਨਾਂ ਦੀ, ਉਹ ਇੱਕੋ ਸ਼ਹਿਰ 'ਚ ਪੀਟਰੋਗਰਾਦ ਦੇ ਵਿੱਚ ਹੀ ਉਹਦੇ 3000 ਚੁਣੇ ਹੋਏ ਮੈਂਬਰ ਸੀ, ਇਲੈਕਟਡ ਸੀ ਉਹ, ਐ ਨਹੀਂ ਚੁਣੇ ਹੋਏ ਮੈਂਬਰ 3000। ਤੁਸੀਂ ਮਤਲਬ ਕਿੱਡੀ ਵੱਡੀ ਤਾਕਤ। ਅੱਗੇ ਉਹਨਾਂ ਦੇ ਨਾਲ ਵੀ ਜੁੜੇ ਹੋਏ ਹੁਣ। ਹਾਂ ਬਹੁਤ, ਮਤਲਬ ਉਹ ਜਦੋਂ ਮੁਜ਼ਾਹਰੇ ਕਰਦੇ ਸੀਗੇ ਉਹ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਉਹ ਕਰ ਦਿੰਦੇ ਸੀ। ਸੋ ਇਸ ਤਰ੍ਹਾਂ ਮਤਲਬ ਉੱਥੇ ਫਿਰ ਉਹ ਸਿਲਸਿਲਾ ਚੱਲੀ ਗਿਆ ਜੀ। ਅਲਟੀਮੇਟਲੀ ਜਿਹੜੇ ਕਮਿਊਨਿਸਟ ਹੈ ਉਹ ਤਕੜੇ ਹੋ ਹੀ ਗਏ। ਕਮਿਊਨਿਸਟਾਂ ਦੇ ਨਾਲ ਕੁਝ ਜਿਹੜੇ ਡਾਮਾਡੋਲ ਐਲੀਮੈਂਟ ਹੈ, ਮੈਂਸ਼ਕ ਵੀ ਰਲ ਗਏ, ਸੋਸ਼ਲਿਸਟ ਰੈਵੋਲੂਸ਼ਨਰੀ ਰਲ ਗਏ, ਤੇ ਕਰਦੇ ਕਰਦੇ ਅਕਤੂਬਰ 'ਚ ਇਹਨਾਂ ਨੇ ਮੋਰਚਾ ਫਤਿਹ ਕਰ ਲਿਆ। ਵੀ ਉਹ ਸਰਕਾਰ, ਆਰਜੀ ਸਰਕਾਰ ਵੀ ਹਟਾਤੀ, ਤੇ ਉਹਦੀ ਜਗ੍ਹਾ ਦੇ ਉੱਤੇ ਸਿੱਧੀ ਇਹ ਕਹ ਲਓ ਸਮਾਜਵਾਦੀ ਇਨਕਲਾਬ, ਸੋਸ਼ਲਿਸਟ ਰੈਵੋਲੂਸ਼ਨ। ਸੋ ਇਹ ਸੀਗਾ ਅਕਤੂਬਰ 1917 'ਚ ਰੂਸ ਦੇ ਵਿੱਚ ਆਇਆ ਸਮਾਜਵਾਦੀ ਇਨਕਲਾਬ। ਸੋ ਉਹਨਾਂ ਨੇ ਆਉਂਦਿਆਂ ਨਹੀਂ, ਮਤਲਬ ਉਹ ਸੀਗਾ ਵੀ ਸਾਰੇ ਕੈਦੀ ਰਿਹਾ, ਸਾਰੀ ਪ੍ਰੈਸ ਦੀ ਆਜ਼ਾਦੀ, ਤੇ ਬਾਕੀ ਜਿਹੜਾ ਹੋਰ ਕੁਛ ਸੀ। ਪਰ ਜੰਗ ਨੇ ਇੰਨਾ ਭੰਨਤਾ ਸੀ ਦੇਸ਼, ਤੇ ਉਹਦੇ ਵਿੱਚ ਖਾਨਾ ਜੰਗੀ ਸ਼ੁਰੂ ਹੋ ਅੰਦਰ, ਤੇ ਕਾਫੀ ਹਾਲਤ ਮਾੜੀ ਹੋ ਗਈ ਸੀਗੀ। ਤੇ ਚਲੋ ਇੱਥੇ ਆਪਣੇ ਜਿਹੜਾ ਸੋਚਣ ਵਾਲਾ ਜਿਹੜਾ ਇੱਕ ਗੱਲ ਹੈ ਕਿ ਲੈਨਨ ਨੇ ਇਹ ਇਨਕਲਾਬ ਕਰਨ ਵਾਸਤੇ ਮੌਕੇ ਤੇ ਆ ਕੇ ਕੌਮਾਂ ਦੇ ਆਪਾ ਨਿਰਣੇ ਵਾਲੇ ਆਪਦੀ ਪੋਜੀਸ਼ਨ ਬਦਲੀ। ਪਹਿਲਾਂ ਜਿਹੜੀ ਕਮਿਊਨਿਸਟਾਂ ਦੀ ਪੋਜੀਸ਼ਨ ਸੀ, ਲੈਨਨ ਦੀ ਪੋਜੀਸ਼ਨ ਵੀ ਇਹ ਸੀ ਵੀ ਫੈਡਰਲਿਜ਼ਮ ਦੇ ਅਸੀਂ ਹਾਮੀ, ਅਸੀਂ ਸੈਂਟਰਲਿਜ਼ਮ ਦੇ ਹਾਮੀ ਆ, ਕਿਉਂਕਿ ਇਸ ਤੋਂ ਬਿਨਾਂ ਕਮਿਊਨਿਜ਼ਮ ਆ ਹੀ ਨਹੀਂ ਸਕਦਾ। ਪਾਰਟੀ ਵੀ ਸੈਂਟਰਲਾਈਜ਼ ਤੇ ਸਟੇਟ ਦਾ ਸਟਰਕਚਰ ਵੀ ਸੈਂਟਰਲਾਈਜ਼, ਇਸ ਤੋਂ ਬਿਨਾਂ ਕਮਿਊਨਿਜ਼ਮ ਨਹੀਂ ਆ ਸਕਦਾ। ਪਰ ਜਦੋਂ ਦੇਖਿਆ ਕਿ ਜਿਹੜੀ ਉਹ ਆਰਜੀ ਸਰਕਾਰ ਹੈ ਜਾਂ ਡਿਊਮਾ ਹੈ, ਜਿਹੜੇ ਇਲੈਕਟਡ ਮੈਂਬਰ ਨੇ ਉਹਨਾਂ 'ਚ ਤਾਂ ਬਹੁਤ ਗਿਣਤੀ ਉਹ ਨੈਸ਼ਨੈਲਿਟੀਜ਼ ਦੀ ਹੈ, ਤੇ ਉਹਨਾਂ ਵਾਸਤੇ ਤਾਂ ਮੁੱਦਾ ਹੀ ਹੈ ਵੀ ਸਾਨੂੰ ਨਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਤੇ ਸੈਲਫ ਡਿਟਰਮੀਨੇਸ਼ਨ ਦਾ ਮਤਲਬ ਵੱਖ ਹੋਣ ਦਾ ਅਧਿਕਾਰ ਵੀ ਦੇ, ਜੇ ਕੋਈ ਵੱਖ ਹੋਣਾ ਚਾਹੁੰਦਾ। ਲੈਨਨ ਨੇ ਰਾਤੇ ਰਾਤ ਪੋਜੀਸ਼ਨ ਬਦਲੀ ਆਪਦੀ, ਰਾਤੇ ਰਾਤ ਕਹਿੰਦਾ ਵੀ ਆਰ ਫਾਰ ਫੈਡਰਲਿਜ਼ਮ, ਅਸੀਂ ਅਧਿਕਾਰ ਦੇਵਾਂਗੇ ਜਿਹਨੇ ਵੱਖ ਹੋਣਾ ਹੋ ਸਕਦਾ ਉਦਣ ਹੀ ਵੱਖ ਹੋ ਜੇ, ਲੋਕਾਂ ਦੀ ਮਰਜ਼ੀ ਦੇ ਉਲਟ ਅਸੀਂ ਕਿਸੇ ਨੂੰ ਨਾਲ ਨਹੀਂ ਰੱਖਣਾ। ਹਲ ਉਹ ਉਹਨਾਂ ਨੂੰ ਨਾਲ ਲੈਣ ਵਾਸਤੇ ਇੱਕਦਮ ਪੋਜੀਸ਼ਨ ਹੋ ਬਦਲੀ। ਇਦੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਸੈਂਟਰਲਿਜ਼ਮ ਦੀ ਗੱਲ ਹੈ, ਇਹ ਤਾਂ ਇਹਨਾਂ ਦੇ ਨਾ DNA 'ਚ, ਮਾਰਕਸ ਦੇ ਵੀ, ਕਿਉਂਕਿ ਉਹਨਾਂ ਨੂੰ ਇਹ ਸੀ ਇਦੋਂ ਬਿਨਾਂ ਕਮਿਊਨਿਜ਼ਮ ਨਹੀਂ ਆ ਸਕਦਾ। ਲਾਰਜ ਸਕੇਲ ਪ੍ਰੋਡਕਸ਼ਨ, ਸੈਂਟਰਲਾਈਜ਼ਡ ਇਕੋਨਮੀ ਤੇ ਸੈਂਟਰਲਾਈਜ਼ਡ ਸਟੇਟ ਸਟਰਕਚਰ, ਹਰ ਚੀਜ਼ ਦਾ ਸਕੇਲ ਵੱਡਾ
ਕਿਉਂਕਿ ਪੈਦਾਵਾਰ ਕਮਿਊਨਿਜ਼ਮ ਦਾ ਉਹਨਾਂ ਦਾ ਧਾਰਨਾ ਇਹ ਹੈ ਕਿ ਕਮਿਊਨਿਸਟ ਜਿਹੜਾ ਸਮਾਜ ਹੋਊ ਉਹਦੇ ਵਿੱਚ ਹਰ ਇੱਕ ਦੀ ਨੂੰ ਉਹਦੀ ਲੋੜ ਮੁਤਾਬਕ ਉਹ ਦੱਸੇ ਕੀ ਲੋੜ ਹੈ ਉਹਦੀ ਪੂਰੀ ਹੋਊ ਜੀ। ਤੇ ਕੰਮ ਜਿੰਨਾ ਕੋ ਕਰਨਾ ਚਾਹੁੰਦਾ ਉਹਨਾਂ ਕੰਮ ਉਹਨਾਂ ਦਾ ਇਹ ਸੀ ਵੀ ਉਦੋਂ ਅਸੀਂ ਪੈਦਾਵਾਰ ਹੀ ਇੰਨੀ ਕਰ ਲਾਂਗੇ ਤੇ ਉਹ ਤਾਂ ਹੋਊਗੀ ਇੱਕ ਵੱਡੀ ਇੰਡਸਟਰੀ ਤੇ ਸੈਂਟਰਲਾਈਜ਼ਡ ਸਭ ਕੁਝ ਵੱਡੀ ਸਕੇਲ ਤੇ ਵੱਡਾ ਆਕਾਰ ਸੈਂਟਰਲਾਈਜੇਸ਼ਨ। ਸੋ ਲੈਨਨ ਨੇ ਮਤਲਬ ਜਿਹੜੀ ਪਾਰਟੀ ਦਾ ਸਾਰਾ ਢਾਂਚਾ ਬਣਾਇਆ ਸੀ ਉਹਦੇ 'ਚ ਇਹ ਸੀ ਵੀ ਇਹ ਸੈਂਟਰਲਾਈਜ਼ਡ ਹੋ, ਬਹੁ ਗਿਣਤੀ ਘੱਟ ਗਿਣਤੀ ਬਹੁ ਗਿਣਤੀ ਦੇ ਅਧੀਨ ਹੋ, ਹੇਠਲੀ ਕਮੇਟੀ ਉੱਪਰਲੀ ਕਮੇਟੀ ਦੇ ਅਧੀਨ ਹੋ, ਸਾਰੀ ਪਾਰਟੀ ਸੈਂਟਰਲ ਕਮੇਟੀ ਦੇ ਅਧੀਨ ਹੋ। ਫਿਰ ਉਹ ਸੈਂਟਰਲ ਕਮੇਟੀ 'ਚੋਂ ਵੀ ਇੱਕ ਛੋਟੀ ਕਮੇਟੀ ਪਾਵਰ ਦੀ ਸੈਂਟਰਲਾਈਜੇਸ਼ਨ ਜੋ ਇੱਥੇ ਉਹ ਫਿਰ ਹੁਣ ਇਹਨਾਂ ਦੇ ਤਾਂ ਕਿ ਇਹਨਾਂ ਦੇ ਡੀਐਨਏ 'ਚ ਹੈ ਸੈਂਟਰਲਾਈਜੇਸ਼ਨ ਤਾਂ ਮਤਲਬ ਇਹਨਾਂ ਦੇ ਡੀਐਨਏ 'ਚ ਹੈ ਕਿਉਂਕਿ ਉਹ ਥਿਉਰੀ ਇਹ ਕਹਿੰਦੀ ਹੈ ਇਸ ਤੋਂ ਬਿਨਾਂ ਕਮਿਊਨਿਜ਼ਮ ਆ ਨਹੀਂ ਸਕਦਾ। ਤਾਂ ਉਹ ਇਹਨਾਂ ਦਾ ਉਹ ਸੀਗਾ। ਫਿਰ ਲੈਨਨ ਨੇ ਪਾਰਟੀ ਉਹੀ ਜਿਹੀ ਬਣਾਈ ਪਰ ਉਹ ਫਿਰ ਸੱਤਾ ਲੈਣ ਵਾਸਤੇ ਇੱਕਦਮ ਉਹਨੇ ਆਪਦੀ ਪੋਜੀਸ਼ਨ ਬਦਲ ਲਈ ਤੇ ਜਿਹਦੇ ਕਰਕੇ ਚਲੋ ਉਹ ਇਨਕਲਾਬ ਆ ਗਿਆ। ਇਨਕਲਾਬ ਆ ਗਿਆ ਤੇ ਚਲੋ ਇੱਕ ਵਾਰ ਤਾਂ ਉਹਨਾਂ ਨੇ ਉਹ ਦਿੱਤੀ ਸਾਰੀ ਖੁੱਲ੍ਹ ਉਸ ਤਰ੍ਹਾਂ ਦੀ, ਪਰ ਫਿਰ ਹੌਲੀ ਹੌਲੀ ਉਹਦਾ ਰੰਗ ਉਗੜਨਾ ਸ਼ੁਰੂ ਹੋ ਗਿਆ। ਫਿਰ ਤਾਂ ਮੇਹਰ ਸਿੰਘ ਸੈਂਟਰਲਾਈਜੇਸ਼ਨ ਕਾਹਦੀ ਮਤਲਬ ਜਿਹੜੀ ਇਤਿਹਾਸ 'ਚ ਕਦੇ ਕਿਸੇ ਨੇ ਨਾ ਸੁਣੀ ਨਾ ਦੇਖੀ ਵੀ ਪਾਵਰ ਇੰਨੀ ਸੈਂਟਰਲਾਈਜ਼ਡ ਕਰ ਲਈ ਆਪਦੇ ਹੱਥਾਂ ਦੇ ਵਿੱਚ। ਕੌਮਾਂ ਦੀਆਂ ਕੌਮਾਂ ਜਿਹੜੀਆਂ ਲੱਗਿਆ ਵੀ ਪ੍ਰੋਬਲਮ ਵੱਖਰੀਆਂ ਕਰ ਰਹੀਆਂ ਉਹਨਾਂ ਨੂੰ ਆਪਦੀ ਧਰਤੀ ਤੋਂ ਉਠਾ ਕੇ ਉਜਾੜ ਕੇ ਆਪਦੀਆਂ ਜੜ੍ਹਾਂ ਤੋਂ ਉਹ ਸਾਈਬੇਰੀਆ ਦੇ ਵਿੱਚ ਬਰਫਾਂ ਦੇ ਵਿੱਚ ਜਾ ਕੇ ਵੀ ਤੁਸੀਂ ਉੱਥੇ ਵਸੋ, ਉੱਥੇ ਮਰ ਮੁਰ ਕੇ ਜਾ ਕੇ ਮਤਲਬ ਲੱਖਾਂ ਦੀ ਗਿਣਤੀ 'ਚ ਲੋਕ ਇਸ ਤਰ੍ਹਾਂ ਮਾਰੇ ਉਜਾੜੇ ਮਤਲਬ ਵੀ ਜਿੱਥੋਂ ਵੀ ਆਪੋਜੀਸ਼ਨ ਹੁੰਦੀ ਹੈ ਉਹਨੂੰ ਕੁਚਲਦੇ। ਇੱਕ ਹਾਲਤ ਇਹ ਬਣ ਗਈ ਸੀ ਸਟਾਲਿਨ ਵੇਲੇ ਤਾਂ ਵੀ ਸਮਝ ਲਓ ਅੱਜ ਪਾਰਟੀ ਨੇ ਆਪਦੀ ਸੈਂਟਰਲ ਕਮੇਟੀ ਚੁਣੀ ਹੈ ਜੀ, ਉਹਦਾ 150 ਬੰਦਾ ਚੁਣਿਆ ਹੈ। ਅਗਲੀ ਚੋਣ ਤੱਕ ਜਿਹੜੀ 2-4 ਸਾਲਾਂ ਬਾਅਦ ਹੁੰਦੀ ਸੀ 5 ਸਾਲਾਂ ਬਾਅਦ ਜਾਂ ਉਸ ਚੋਣ ਤੱਕ ਉਹਨਾਂ 'ਚ 2-3 ਹੀ ਰਹਿੰਦੇ ਸੀ, ਬਾਕੀ ਇੱਕ ਇੱਕ ਕਰਕੇ ਵੀ ਆ ਵੀ ਇਹ ਤੋਂ ਵੀ ਖਤਰਾ, ਇਹ ਤੋਂ ਵੀ ਖਤਰਾ, ਇਹ ਤੋਂ ਵੀ ਖਤਰਾ। ਸੋ ਆ ਉਹਨਾਂ ਦੀ ਜਿਹੜੀ ਪ੍ਰੈਕਟਿਸ ਸੀਗੀ ਉਹ ਅਮਲ ਦੇ ਵਿੱਚ ਲਾਗੂ ਹੋਈ। ਸੋ ਕਹਿੰਦੇ ਕਿਉਂਕਿ ਇਹਨਾਂ ਦੀ ਜਿਹੜੀ ਧਾਰਨਾ ਨਾ ਉਹ ਹੈ ਕਿ ਸਾਡੀ ਪ੍ਰੋਲੇਤਾਰੀ ਡਿਕਟੇਟਰਸ਼ਿਪ ਹੋ, ਓਪਨਲੀ ਕਹਿੰਦੇ ਜਿਹਦਾ ਮਤਲਬ ਉੱਥੇ ਕੋਈ ਡੈਮੋਕ੍ਰੇਸੀ, ਕਮਿਊਨਿਸਟ ਪਾਰਟੀ ਤੋਂ ਬਿਨਾਂ ਕੋਈ ਪਾਰਟੀ ਨਹੀਂ, ਕਮਿਊਨਿਸਟ ਪਬਲੀਕੇਸ਼ਨ ਤੋਂ ਬਿਨਾਂ ਕਿਸੇ ਨੂੰ ਕੁਝ ਵੀ ਛਾਪਣ ਦਾ ਅਧਿਕਾਰ ਨਹੀਂ ਹੋ ਤੇ ਕੁਝ ਵੀ ਸਰਕਾਰ ਦੇ ਖਿਲਾਫ ਬੋਲਣ ਦਾ ਅਧਿਕਾਰ ਨਹੀਂ। ਆਜ਼ਾਦੀ ਕਿੱਥੋਂ ਰਹੇਗੀ? ਹਾਂ ਮਤਲਬ ਇੰਨਾ ਭੈੜਾ ਜਿਹੜਾ ਜਿਹਨੂੰ ਟੋਟਲੀਟੇਰੀਅਨ ਰਾਜ ਆਪੀ ਕਹਿੰਦੇ ਆ ਨਾ ਵੀ ਸਭ ਕੁਝ ਪਾਰਟੀ ਦੀ ਮੁੱਠੀ 'ਚ। ਸੋ ਇਹ ਜਿਹੜਾ ਅਸੀਂ ਕਿਸਾਨਾਂ ਦੀਆਂ ਜਥੇਬੰਦੀਆਂ 'ਚ ਦੇਖ ਰਹੇ ਹਾਂ ਨਾ ਵੀ ਤੋਂ ਕਿਉਂ ਨਹੀਂ ਜਰਿਆ ਜਾਂਦਾ ਵੀ ਹੋਰ ਕੋਈ ਬੰਦਾ ਨੇੜੇ ਵੀ ਆ ਜੇ ਜਿਹੜਾ ਹੁਣ ਤੋਂ ਵੱਖਰਾ ਥੋੜਾ ਜਿਹਾ ਆਪਦਾ ਕੋਡ ਮਾ ਆਈ ਜਾਵੇ ਉਹੀ ਜਥੇਬੰਦੀਆਂ ਬਣਾ ਵੱਖਰਾ ਵਿਚਾਰ ਵੱਖਰੀ ਵਿਚਾਰਧਾਰਾ ਮਤਲਬ ਕਹਿ ਲਓ ਤੇ ਵੱਖਰੇ ਕਿਸਮ ਦੇ ਬੰਦੇ ਉਹ ਸਹਿਣ ਨਹੀਂ ਹੁੰਦੇ। ਤਾਂ ਉਸ ਕਰਕੇ ਮਤਲਬ ਇਹ ਇਹਨਾਂ ਦਾ ਜਿਹੜਾ ਇਹਨਾਂ ਜਾਏਗੀ ਨਾ ਇੱਕ ਤਾਨਾਸ਼ਾਹੀ ਵਾਲੀ ਇੱਕ ਅਥਾਰਟੇਰੀਅਨਿਜ਼ਮ ਇੱਕ ਹੈਂਕੜ ਤੇ ਇਸ ਤਰ੍ਹਾਂ ਮਤਲਬ ਉਹ ਕਰਨਾ ਉਹ ਇਹਨਾਂ ਦੇ ਸਾਰੀ ਡੀਐਨਏ ਦੇ ਵਿੱਚ ਆ ਚੁੱਕੀ। ਫਿਰ ਤਾਂ ਰੂਸ ਦੇ ਵਿੱਚ ਜਿਹੜੇ ਜ਼ੁਲਮ ਹੋਏ ਉਹ ਤਾਂ ਤੁਸੀਂ ਪੁੱਛੋ ਨਾ ਕੁਛ, ਕਿਉਂਕਿ ਇਹਨਾਂ ਦਾ ਇਹ ਸੀ ਵੀ ਜਿਹੜਾ ਕਿਸਾਨ ਹੈ, ਕਿਸਾਨ ਜਿਹੜਾ ਮਾਲਕ ਕਿਸਾਨ ਹੈ, ਛੋਟੀ ਕਿਸਾਨੀ ਇਹ ਖਤਮ ਹੋਣੀ ਚਾਹੀਦੀ ਹੈ। ਇਹ ਸਰਮਾਏਦਾਰੀ ਦੀ ਬੁਨਿਆਦ ਹੈ, ਜੜ੍ਹ ਹੈ, ਇੱਥੋਂ ਸਰਮਾਏਦਾਰੀ ਪੈਦਾ ਹੁੰਦੀ। ਮਤਲਬ ਮਾਰਕਸ ਦਾ ਇਹ ਸੀ ਵੀ ਜਿਹੜੀ ਨਿੱਜੀ ਜਾਇਦਾਦ ਹੈ ਇਹ ਬਿਮਾਰੀ ਦੀ ਜੜ੍ਹ ਹੈ, ਨਿੱਜੀ ਜਾਇਦਾਦ ਖਤਮ ਹੀ ਕਰੋ। ਜਿੱਥੋਂ 'ਚ ਫਿਰ ਲੋਕਾਂ ਨੇ ਇਸ ਹੱਦ ਤੱਕ ਵੀ ਉਹਨੂੰ ਗੱਲ ਨੂੰ ਵਧਾ ਕੇ ਪੇਸ਼ ਕੀਤਾ ਵੀ ਇਹ ਤਾਂ ਜਨਾਨੀਆਂ ਵੀ ਸਾਂਝੀਆਂ ਕਰਨਗੇ। ਉਹ ਤਾਂ ਚਲੋ ਐਵੇਂ ਗੱਲ ਨੂੰ ਵਧਾ ਕੇ ਕਹਿਣਾ ਨਾ, ਪਰ ਇਹਨਾਂ ਦਾ ਇਹ ਸੀ ਵੀ ਸਭ ਕੁਝ ਸਾਂਝਾ ਹੋਵੇ, ਜ਼ਮੀਨ ਸਾਂਝੀ ਹੋਵੇ, ਉਹ ਤੇ ਰਲ ਕੇ ਬੰਦੇ ਕੰਮ ਕਰਨ, ਮਾਲਕੀ ਨਾ ਕਿਸੇ ਦੀ। ਨਿੱਜੀ ਮਾਲਕੀ ਦੇ ਵਿੱਚੋਂ ਬੰਦੇ 'ਚ ਇਹ ਲੋਭ ਆਉਂਦਾ ਹੈ, ਨਿੱਜ ਪ੍ਰਸਤੀ ਆਉਂਦੀ ਹੈ। ਸੋ ਜਾਇਦਾਦ ਨਿੱਜੀ ਜਾਇਦਾਦ ਖਤਮ ਕਰ ਦਿਓ ਬਸ ਬੰਦਾ ਤਾਂ ਦੇਵਤਾ ਬਣ ਜੂ, ਦੇਵਤਾ ਬਣ ਜੂਗਾ, ਸਭ ਕੁਛ ਉਹ ਜੋ ਨਿਕਲ ਜਾਣੀਆਂ ਇਹ ਗੱਲਾਂ। ਹੁਣ ਆਪਾਂ ਇਹ ਨਾ ਜਿੱਥੇ ਜਾ ਕੇ ਖਤਮ ਕਰਾਂਗੇ ਅਖੀਰਲੇ ਐਪੀਸੋਡ ਆਪਾਂ ਇਹ ਲਿਆਵਾਂਗੇ ਵੀ ਗੁਰਮਤ ਕੀ ਕਹਿੰਦੇ ਮਨੋਵਿਕਾਰਾਂ ਬਾਰੇ ਤੇ ਮਾਰਕਸ ਕੀ ਕਹਿੰਦਾ। ਜਿਹੜਾ ਮਾਰਕਸ ਨੇ ਸੂਤਰ ਸੁਝਾਇਆ ਫਾਰਮੂਲਾ
ਉਹਦੇ ਸਿੱਟੇ ਇਤਿਹਾਸ 'ਚ ਕੀ ਨਿਕਲੇ ਤੇ ਕੀ ਨਿਕਲ ਰਹੇ, ਜੋ ਗੁਰੂਆਂ ਨੇ ਸੁਝਾਇਆ ਉਹਦੇ ਕੀ ਨਿਕਲੇ ਤੇ ਕੀ ਉਹ ਬੰਦਣ। ਸੋ ਇਹਨਾਂ ਦੇ ਕਿਤੇ ਗੁਰਮੁਖ ਸਿਰਜਣ ਦੀ ਇਹ ਤਾਂ ਕਿਤੇ ਏਜੰਡਾ ਹੀ ਨਹੀਂ। ਜਾਇਦਾਦ ਚੱਕਦੇ, ਅੱਛਾ ਬੰਦੇ ਦੀ ਕਾਂ ਜੋ ਨਿੱਜੀ ਜਾਇਦਾਦ ਨਾ ਹੋਈ ਤੇ ਉਹਦੇ 'ਚ ਫਿਰ ਉਹਨੂੰ ਲਾਲਚ ਕਿਹੜਾ ਰਹਿ ਜਾਣਾ ਜਦੋਂ ਹੈ ਹੀ ਸਭ ਕੁਝ ਸਾਂਝਾ। ਹੋਇਆ ਕੀ ਰੂਸ ਦੇ ਵਿੱਚ ਵੀ ਸਭ ਕੁਝ ਸਾਂਝਾ ਹੈ, ਪਾਰਟੀ ਦਾ ਉੱਤੋਂ ਜਾਕੜਾ ਹੈ, ਪਾਰਟੀ ਦੇ ਵਿੱਚ ਬਿਊਰੋਕ੍ਰੇਸੀ ਹੈ ਜ਼ਿਆਦਾ। ਸੋ ਉਹ ਬੰਦਿਆਂ ਦੀ ਮਤਲਬ ਤੁਸੀਂ ਉਹਨਾਂ ਨੇ ਆਪਦੀਆਂ ਤਨਖਾਹਾਂ, ਆਪਦੀਆਂ ਜਾਇਦਾਦਾਂ, ਆਪਦਾ ਰਹਿਣ ਦਾ ਸਟਾਈਲ ਇਹੋ ਜਿਹਾ ਬਣਾ ਲਿਆ ਬਈ ਜਦੋਂ ਰੂਸ ਟੁੱਟਿਆ 90 'ਚ, ਉਸ ਮੌਕੇ ਈਸਟ ਜਰਮਨੀ ਦਾ ਜਿਹੜਾ ਕਮਿਊਨਿਸਟ ਪਾਰਟੀ ਦਾ ਜਨਰਲ ਸੈਕਟਰੀ ਸੀ, ਉਹਦਾ ਜਦੋਂ ਉਹਨਾਂ ਨੇ ਭੇਤ ਖੋਲ੍ਹੇ, ਜਦੋਂ ਟੁੱਟ ਗਿਆ ਤਾਕਤ 'ਚੋਂ, ਉਹ ਇਹ ਹੈ ਵੀ ਯਾਰ ਇਹੋ ਜਿਹੀ ਜ਼ਿੰਦਗੀ ਬੰਦਾ ਜਿਉਂ ਰਿਹਾ ਸੀ ਜਿਹੜੀ ਕਦੇ ਕਿਸੇ ਬਾਦਸ਼ਾਹ ਨੇ ਵੀ ਨਹੀਂ ਜਿਉਈ। ਪਰ ਐਡਾ ਐਸ਼ ਪ੍ਰਸਤ, ਐਡਾ ਖਰਚੀਲਾ ਬੰਦਾ, ਤੇ ਥੱਲੇ ਵੀ ਹੈ ਵੀ ਸਿੰਪਲ ਲਿਵਿੰਗ ਜੀ, ਸਾਡਾ ਆਪਦਾ ਕੁਛ ਵੀ ਨਹੀਂ, ਇਹ ਸਭ ਲੋਕਾਂ ਦਾ। ਮਤਲਬ ਜਦੋਂ ਕਹਿੰਦੇ ਉਹਦੀ ਰਿਪੋਰਟ ਪੇਸ਼ ਹੋਈ ਨਾ ਪਾਰਲੀਮੈਂਟ ਦੇ ਵਿੱਚ, ਜਿਹੜੇ ਕਮਿਊਨਿਸਟ ਪਾਰਟੀ ਦੇ MP ਸੀ ਉਹ ਫੁੱਟ ਕੇ ਰੋਣ ਲੱਗ ਗਏ ਲਿਟਰਲੀ। ਕਹਿੰਦੇ ਯਾਰ ਵੀ ਫੀਲ ਚੀਟਡ, ਵੀ ਇੰਨੀ ਠੱਗੀ ਵੀ ਹੋ ਸਕਦੀ ਹੈ, ਇੰਨਾ ਧੋਖਾ ਵੀ ਹੋ ਸਕਦਾ ਹੈ, ਐਡਾ ਫਰੇਬ ਵੀ ਹੋ ਸਕਦਾ ਹੈ। ਸੋ ਇਹ ਸੀਗਾ ਕਿ ਉਹ ਨਿੱਜੀ ਜਾਇਦਾਦ ਖਤਮ ਕਰਤੀ। ਉਹ ਫਿਰ ਕੁਛ ਬੰਦਿਆਂ ਦੇ ਹੱਥ 'ਚ ਤਾਕਤ ਤਾਂ ਹੈਗੀ ਨਾ, ਬੰਦੇ ਦੀ ਫਿਤਰਤ ਹੈ। ਜਦੋਂ ਤੁਸੀਂ ਆਪਦੀ ਤਾਕਤ ਬਣਾ ਲਈ, ਉਹਦੇ 'ਚ ਤੁਹਾਡੇ 'ਚ ਬਿਊਰੋਕ੍ਰੇਟਿਕ, ਫਿਰ ਤੁਹਾਡੇ 'ਚ ਉਹ ਸਾਰਾ ਆਪਦੀ ਲਾਲਚ ਜਾਇਦਾਦ ਦਾ ਵੀ ਆਊਗਾ। ਮਤਲਬ ਉਹਦੇ ਕਹਿੰਦੇ ਘਰ ਦੀ ਜਿਹੜੀ ਸੀ ਨਾ ਬਿਜਲੀ, ਜਿਹੜਾ ਉੱਤੇ ਹੁੰਦਾ ਸ਼ਿੰਡਲਰ ਜਿਹਨੂੰ ਕਹਿੰਦੇ ਆ, ਇੱਕ ਹੁੰਦਾ ਨਹੀਂ ਡਰਾਇੰਗ ਰੂਮਾਂ ਦੇ ਵਿੱਚ ਜਿੱਥੇ ਬੱਤੀਆਂ ਜਗ ਰਹੀਆਂ ਹੁੰਦੀਆਂ ਤੇ ਬੜਾ ਸੋਹਣਾ ਸਜਾਵਟ ਵਾਲਾ, ਉਹ 'ਤੇ ਪਤਾ ਨਹੀਂ ਕਿੰਨੀ ਕਿਲੋਵਾਟ ਦੀ ਬਿਜਲੀ ਤਾਂ ਉਹ 'ਤੇ ਲੱਗਦੀ ਸੀ। ਬਾਕੀ ਉਹਦਾ ਜੋ ਕੁਛ ਲਾਈਫ ਸਟਾਈਲ ਦੱਸਿਆ, ਉਹਦੀ ਜੇ ਤੁਸੀਂ ਡਿਟੇਲ ਪੜ੍ਹੋ ਤਾਂ ਬੰਦਾ ਦੰਗ ਰਹਿ ਜਾਂਦਾ ਯਾਰ, ਐਡੀ ਠੱਗੀ ਵੀ ਲੋਕਾਂ ਦੇ ਨਾਂ 'ਤੇ ਹੋ ਸਕਦੀ। ਇਹਨਾਂ ਸਾਰੇ ਫੈਸਲਿਆਂ ਨੂੰ ਲੈ ਕੇ ਬਗਾਵਤ ਨੇ ਉੱਠੀ ਜਾਂ ਉੱਠਣ ਨਹੀਂ ਦਿੱਤੀ। ਮੇਹਰ ਸਿੰਘ ਇੰਨਾ ਕੁਛ ਉੱਥੇ ਉੱਤੋਂ ਜਕੜ ਮਾਰੀ ਹੁੰਦੀ ਹੈ ਨਾ, ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਗੱਲ ਕੀ ਹੈ। ਅਸੀਂ ਜਦੋਂ ਕਮਿਊਨਿਸਟ ਸੀ, ਜੋ ਉਹਨਾਂ ਦੀ ਪਾਰਟੀ ਦਾ ਪੇਪਰ ਆ ਗਿਆ, ਪ੍ਰਾਪੇਗੰਡਾ ਆ ਗਿਆ, ਉਹ ਮਸ਼ੀਨਰੀ ਐਡੀ ਜ਼ਬਰਦਸਤ ਹੁੰਦਾ ਵੀ ਉਹ ਤਾਂ ਸੁਰਗ ਹੈ ਉੱਥੇ ਤਾਂ। ਸਾਰੇ ਲੋਕ ਇੱਕੋ ਜਿਹਾ ਪੱਧਰ ਹੈ, ਉਹਨਾਂ ਨੂੰ ਸਾਰੀਆਂ ਸਹੂਲਤਾਂ, ਉਹ ਐਂ ਰਹਿੰਦੇ ਨੇ, ਕੋਈ ਜ਼ੁਲਮ ਨਹੀਂ, ਕੋਈ ਲੁੱਟ ਨਹੀਂ। ਅੱਜ ਵੀ ਇਹੀ ਕੁਝ ਪ੍ਰਚਾਰ ਹੈ ਜੀ, ਇਸ ਤਰ੍ਹਾਂ ਹੀ ਹੁੰਦਾ ਹੈ। ਜਦੋਂ ਚੀਜ਼ ਇੰਨੀ ਸੈਂਟਰਲਾਈਜ਼ ਕਰ ਲਓਗੇ, ਜਦੋਂ ਵਿਰੋਧੀ ਕਿਤੇ ਆਵਾਜ਼ ਹੀ ਨਹੀਂ ਉੱਠਣ ਦੇਣੀ, ਤੇ ਲੋਕਾਂ ਨੂੰ ਪਤਾ ਕੀ ਲੱਗੂ। ਜਿੱਥੇ ਇੰਨੇ ਪਰਦੇ ਪੈ ਗਏ, ਐਰਨ ਕਰਟਨ ਕਹਿੰਦੇ ਸੀ ਉਹਨੂੰ, ਵੀ ਲੋਹੇ ਦੇ ਪਰਦੇ ਪਏ ਹੋਏ ਸੀ, ਲੋਕਾਂ ਨੂੰ ਤਾਂ ਅੰਦਰ ਪਤਾ ਹੀ ਨਹੀਂ ਸੀ ਹੋ ਕੀ ਰਿਹਾ। ਇਹ ਤਾਂ ਫਿਰ ਸਭ ਤੋਂ ਪਹਿਲਾਂ ਤਾਂ ਕਿਤਾਬ ਲਿਖੀ ਸੀਗੀ ਜਾਰਜ ਔਰਵੈਲ ਨੇ, ਐਨੀਮਲ ਫਾਰਮ, ਐਡੀ ਕੁ ਕਿਤਾਬ ਹੈ, ਨਾਵਲ। ਉਹਦੇ 'ਚ ਉਹ ਨੇ ਐਨੀਮਲ ਦਾ ਪਾਤਰ ਬਣਾ ਕੇ ਨਾ, ਉਹ ਸਾਰਾ ਅੰਦਰਲਾ ਇਹਨਾਂ ਦਾ ਦੰਭ ਉਗਾੜਤਾ ਵੀ ਹੈ ਕੀ ਸਾਰਾ, ਕਿਉਂਕਿ ਵਿੱਚੋਂ ਸੀ ਜਾਰਜ ਔਰਵੈਲ। ਫਿਰ ਉਹਨੇ 1984 ਲਿਖੀ ਤਾਂ ਉਹਨੇ 50s ਦੇ ਵਿੱਚ। ਉਹ ਕਹਿੰਦੇ ਸੀ ਵੀ 1984 ਤੱਕ ਕੀ ਹੋਊ, ਉਹਨੇ ਨਕਸ਼ਾ ਬੰਨ੍ਹਤਾ ਸੀ ਵੀ ਆਹ ਰਾਜ ਹੋਊ। ਸੋ ਮੇਰਾ ਕਹਿਣ ਤੋਂ ਇਹ ਭਾਵ ਹੈ, ਇਹ ਜਿਹੜਾ ਸੀ ਨਾ ਵੀ ਕਮਿਊਨਿਸਟ ਪਾਰਟੀ ਮਜ਼ਦੂਰ ਜਮਾਤ ਦੀ ਨੁਮਾਇੰਦਾ ਹੈ, ਤੇ ਉਹਦੇ ਬੰਦੇ ਜਿਹੜੇ ਨੇ ਉਹੀ ਮੈਂ ਸਭ ਕੁਝ ਕਰਨਗੇ, ਸੈਂਟਰਲਾਈਜ਼ ਤੇ ਲੀਡਰਸ਼ਿਪ। ਉਸ ਦਾ ਫਿਰ ਨਤੀਜੇ, ਜਿੱਥੇ ਤਾਂ ਪਾਵਰ ਹੱਥ 'ਚ ਆ ਗਈ ਉੱਥੇ ਤਾਂ ਉਹ ਸਾਰੀ ਜਨਤਾ ਦਾ ਨੱਕ 'ਚ ਦਮ ਕਰ ਦਿੰਦੇ ਨੇ। ਜਿੱਥੇ ਜੇ ਪਾਵਰ ਹੱਥ 'ਚ ਨਹੀਂ, ਜਥੇਬੰਦੀਆਂ ਹੀ ਹੈ, ਉੱਥੇ ਆਪਾਂ ਉਹ ਦੇਖ ਲਿਆ, ਉਹਨਾਂ 'ਚ ਤੰਗ ਨਜ਼ਰੀ ਤੇ ਹੈਂਕੜ ਦੂਜਿਆਂ ਪ੍ਰਤੀ ਤੇ ਅਸਹਿਣਸ਼ੀਲਤਾ। ਸੋ ਇਹ ਉਹਨਾਂ ਦੇ ਸਾਰੇ ਸਿਧਾਂਤ ਦੇ ਵਿੱਚ ਹੀ ਬੁਣੀ ਪਈ ਆ ਗੱਲ। ਇਦੋਂ ਬਿਨਾਂ ਕਮਿਊਨਿਸਟ ਪਾਰਟੀ ਦੀ ਕੋਈ, ਮੈਂ ਦੁਨੀਆ 'ਚ ਮੈਂ ਨਹੀਂ ਕੋਈ ਦੇਖੀ ਕਮਿਊਨਿਸਟ ਪਾਰਟੀ ਜਿੱਥੇ ਡੈਮੋਕ੍ਰੇਸੀ ਹੋ ਸਕੇ, ਸੰਭਵ ਹੀ ਨਹੀਂ। ਜਿਹੜੇ ਬੰਦੇ ਦੇ ਮਤਭੇਦ ਆ ਗਏ ਨਾ ਇੱਕ ਵਾਰ, ਜਿਹਨੇ ਕੁਐਸਚਨ ਕਰਤਾ ਕਿਸੇ ਗੱਲ 'ਤੇ, ਫਿਰ ਉਹਨੂੰ ਉਹ ਮਾਰਨ ਤੱਕ ਜਾਂਦਾ ਵੀ ਇੰਨਾ ਉਹਨੂੰ ਆਈਸੋਲੇਟ ਕਰ ਦਿਓ, ਇੰਨਾ ਨਖੇੜ ਦਿਓ, ਉਹਦਾ ਇਸ ਤਰ੍ਹਾਂ ਦਾ ਨਕਸ਼ਾ ਬਣਾ ਕੇ ਪੇਸ਼ ਕਰੋ ਵੀ ਇਦੋਂ ਭੈੜਾ, ਇਹ ਤਾਂ ਉਲਟ ਇਨਕਲਾਬੀ ਆ ਬੰਦਾ, ਇਹ ਤਾਂ ਦੁਸ਼ਮਣ ਨਾਲ ਰਲਿਆ ਹੋਇਆ, ਇਹ ਤਾਂ ਏਜੰਟ, ਇਹ ਤਾਂ ਅੰਦਰ ਬਾੜਿਆ ਹੋਇਆ। ਪਤਾ ਨਹੀਂ ਕਿੰਨੇ ਬੰਦੇ ਨਾਲ ਦੇ ਹੀ ਐਂ ਕਹਿ ਕੇ ਪਹਿਲਾਂ ਰੂਸ ਦੇ ਵਿੱਚ,
ਫਿਰ ਚੀਨ 'ਚ। ਸੋ ਅੱਜ ਆਪਾਂ ਜੇ ਰੂਸ ਦੇ ਇਨਕਲਾਬ ਦੀ ਗੱਲ ਕੀਤੀ ਜੀ ਜੀ ਤੇ ਇਹ ਇੱਕ ਵੱਖਰਾ ਮਾਡਲ ਹੈ ਰੂਸ ਦੇ ਇਨਕਲਾਬ ਦਾ। ਤੇ ਉਦੋਂ ਇਹਨਾਂ ਨੂੰ ਇਹ ਸੀ ਕਿ ਰੂਸ ਦਾ ਇਨਕਲਾਬ ਇਕੱਲਾ ਨਹੀਂ ਖੜ ਸਕਦਾ, ਇਹ ਨਾਲ ਸਾਰੇ ਯੂਰਪ ਦੇ ਵਿੱਚ ਇਨਕਲਾਬ ਫਿਰ ਆਏ ਨਾ। ਜੀ ਚਲੋ ਫਿਰ ਇੱਕ ਨਵਾਂ ਸਿਧਾਂਤ ਲਿਆਇਆ ਲੈਨਨ ਵੀ ਸਾਮਰਾਜਵਾਦ ਦੀ ਜਿਹੜੀ ਕਮਜ਼ੋਰ ਕੜੀ ਹੈ ਪਹਿਲਾਂ ਉਹ ਟੁੱਟੂ। ਵੀ ਰੂਸ ਕਮਜ਼ੋਰ ਕੜੀ ਸੀ ਕਿਉਂਕਿ ਇੱਥੇ ਜ਼ੁਲਮ ਬਹੁਤ ਸੀ ਤੇ ਪੂੰਜੀਵਾਦ ਵੀ ਸੀ, ਪਰ ਨਾਲ ਜ਼ਗੀਰਦਾਰੀ ਬੜੀ ਤਕੜੀ ਸੀ ਤੇ ਦੋਹਾਂ ਤਾਂ ਇਕੱਠੇ ਚੱਲ ਨਹੀਂ ਸਕਦੇ। ਇਹ ਵਿਰੋਧ ਵੀ ਸੀਗਾ ਤੇ ਬੜਾ ਪਛੜਿਆ ਹੋਇਆ ਸੀ ਤੇ ਬੜਾ ਜਾਬਰ ਸੀ ਤੇ ਕੋਈ ਡੈਮੋਕ੍ਰੇਸੀ ਨਹੀਂ ਸੀ। ਇਸ ਕਰਕੇ ਵੀ ਪਹਿਲਾਂ ਇਹ ਟੁੱਟੀ ਹੈ, ਇਹ ਇੱਕ ਕੜੀ ਟੁੱਟੀ ਹੈ ਜੇ ਇਹ ਸਾਰੀ ਜੰਜੀਰ ਭੰਨਣੀ ਹੈ। ਉਹ ਜੰਜੀਰ ਨਾ ਮੁੜ ਕੇ ਟੁੱਟੀ ਤੇ ਉਹ ਵੀ ਜਿਹੜੀ ਕੜੀ ਭੰਨੀ ਉੱਥੇ ਵੀ ਗੰਧਲਾ ਹੋਇਆ, ਉਹ ਮੁੜ ਕੇ ਕੀ ਬਣਿਆ ਸਾਰਾ ਕੁਝ ਉਹ ਵੀ ਸਾਹਮਣੇ ਆ ਗਿਆ। ਤੋ ਇਹ ਜਿਹੜਾ ਸੀ ਨਾ, ਜਦੋਂ ਆਪਾਂ ਕਿਸੇ ਵਿਚਾਰਧਾਰਾ ਨੂੰ ਕਹਿੰਦੇ ਆ ਵੀ ਜਦੋਂ ਉਹ ਅਮਲ 'ਚ ਪ੍ਰਗਟ ਹੋਈ ਜੀ ਜੀ ਉਹਦੇ ਰੰਗ ਕੀ ਉਗੜੇ ਪਨ ਉੱਥੇ ਹੋਇਆ ਕੀ, ਇਹ ਜਦੋਂ ਆਪਾਂ ਕਨਕਲੂਡ ਕਰਾਂਗੇ, ਜਿੱਥੇ ਜਾ ਕੇ ਖਤਮ ਕਰਾਂਗੇ ਅਸੀਂ ਗੁਰੂਆਂ ਦੀ ਜਿਹੜੀ ਹੈਗੀ ਆ ਗੁਰਮਤ ਤੇ ਮਾਰਕਸਵਾਦ, ਉਹਦਾ ਦੇਖ ਲਓ, ਬੇਸਿਕ ਮਨੌਤਾਂ ਦੇਖ ਲਓ, ਕੱਲਾ ਪ੍ਰੈਕਟਿਸ ਤਾਂ ਉਹੀ ਨਿਕਲੂ ਨਾ ਜੋ ਮਨੌਤਾਂ ਹੋਣਗੀਆਂ। ਸੋ ਸਾਰੀ ਗੱਲ ਦੀ ਜੜ ਪ੍ਰਾਈਵੇਟ ਪ੍ਰਾਪਰਟੀ ਨੂੰ ਬਣਾ ਲੈਣਾ ਕਿ ਅਸੀਂ ਉਹ ਖਤਮ ਕਰਤੀ ਬਸ, ਤੇ ਜਮਾਤਾਂ ਤੇ ਸਾਰਾ ਕੁਝ ਦੇਖਣਾ ਤੇ ਇਕਨੋਮਿਕ ਸਾਰਾ ਕੁਝ ਦ੍ਰਿਸ਼ਟੀ ਤੋਂ, ਜਿਹਨੂੰ ਇਕਨੋਮਿਕ ਰਿਡਕਸ਼ਨਿਜ਼ਮ, ਕਲਾਸ ਰਿਡਕਸ਼ਨਿਜ਼ਮ, ਇਸ ਤਰ੍ਹਾਂ। ਸੋ ਇਹ ਨਹੀਂ ਕੋਈ ਦੋਸ਼ ਲੱਗਦੇ ਆ ਉਹਨਾਂ ਤੇ ਵੀ ਉਹ ਰਿਡਕਸ਼ਨਿਸਟ ਸੀਗੇ, ਉਹਨਾਂ ਦੇ ਸਾਰੇ ਸਿਧਾਂਤ ਦੇ ਵਿੱਚ ਹੀ ਇਹ ਗੱਲ ਪਈ। ਜੇ ਮੈਂ ਗਲਤ ਨਾ ਹੋ, ਮੈਨੂੰ ਤਾਂ ਇਹ ਸਮਝ ਪੈਂਦੀ ਵੀ ਮਜ਼ਦੂਰ ਵਰਗ ਦਾ ਤਾਂ ਇੱਕ ਤਰ੍ਹਾਂ ਦੇ ਨਾਲ ਇਸਤੇਮਾਲ ਹੀ ਹੋਇਆ ਨਾ, ਬਹੁਤ ਵੱਡੀ। ਤਾਂ ਹੀ ਤਾਂ ਉਹਨੂੰ ਲੱਗਿਆ ਵੀ ਯਾਰ ਸਾਡੇ ਨਾਲ ਇੰਨੀ ਠੱਗੀ ਸਾਡੇ ਨਾਂ ਤੇ। ਜਿਵੇਂ ਆਪਾਂ ਹੁਣ ਪੰਥ ਤੇ ਨਹੀਂ ਕਹਿੰਦੇ ਵੀ ਬਾਦਲਾਂ ਨੇ ਆਹ ਕੀਤਾ, ਜਦੋਂ ਬੰਦਿਆਂ ਨੂੰ ਪਤਾ ਲੱਗਦਾ ਵੀ ਪੰਥ ਦੇ ਨਾਂ ਤੇ ਸਾਡੇ ਨਾਲ ਆਹ ਕੁਝ ਹੋਇਆ ਜੀ, ਤੁਸੀਂ ਉਹ ਸੋਚੋ ਉਹਨਾਂ ਲੋਕਾਂ ਦਾ ਕੀ ਹੋਇਆ ਵੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਸਾਡੇ ਯਾਰ ਨਕਸਲਵਾੜੀ ਲਹਿਰ 'ਚ ਇੱਕ ਅੰਮ੍ਰਿਤਸਰ ਦਾ ਬੰਦਾ ਸੀ ਲਖਵਿੰਦਰ ਸਿੰਘ, ਉਹਨੇ ਆਪਦੀ 2 ਕਿੱਲੇ ਜ਼ਮੀਨ ਵੇਚ ਕੇ ਫੰਡ ਦਿੱਤਾ ਪਾਰਟੀ ਨੂੰ। ਛੋਟਾ ਕਿਸਾਨ ਸੀ ਬਿਲਕੁਲ ਵਿਚਾਰਾ, ਵੀ ਅਸੀਂ ਕਿਹੜਾ ਇਨਕਲਾਬ ਹੋ ਜੇ ਬਸ। ਲੋਕ ਤਾਂ ਐਂ ਮਤਲਬ ਪੈਸੇ ਦਿੰਦੇ ਨੇ ਜਾਂ ਕੁਰਬਾਨੀ ਕਰਦੇ ਨੇ, ਮਰਦੇ ਵੀ ਆ ਸਭ ਕੁਝ, ਤੇ ਜਦੋਂ ਉਹ ਦੇਖਦੇ ਨੇ ਵੀ ਸਾਡੇ ਨਾਲ ਤਾਂ ਠੱਗੀ ਹੋ ਗਈ ਬਹੁਤ ਵੱਡੀ, ਤੇ ਮੁੜ ਕੇ ਧਾਉਂਦੇ, ਮੁੜ ਕੇ ਉਹ ਫਿਰ ਦਰਬਾਰ ਸਾਹਿਬ ਸ਼ਹੀਦ ਹੋਇਆ ਸੰਤਾਂ ਦੇ ਉਹ ਲੜਾਈ, ਉਹੀ ਲਖਵਿੰਦਰ ਸਿੰਘ, ਕਿਉਂਕਿ ਜਜ਼ਬਾ ਤਾਂ ਉਹੀ ਹੈ। ਇਹ ਵੀ ਪ੍ਰਚਾਰਦੇ ਰਹੇ ਨੇ ਯੂਨੀਵਰਸਿਟੀਆਂ ਦੇ ਵਿੱਚ, ਜੇ ਆਪਾਂ ਕਿਤੇ ਸੁਣਿਆ ਇਹਨਾਂ ਦੇ ਲੈਕਚਰ, ਇਹ ਕਹਿੰਦੇ ਰਹੇ ਨੇ ਜੋ ਰੂਸ ਦਾ ਮਾਡਲ ਤੈਅ ਕਰਿਆ ਉਸ ਤੋਂ ਬਾਅਦ ਜਾ ਕੇ ਚੀਨ ਦੇ ਵਿੱਚ ਜਿਹੜਾ ਉਹ ਬਗਾਵਤ ਸ਼ੁਰੂ ਹੋਈ। ਹਾਂ ਨਹੀਂ, ਦੋਵੇਂ ਮਾਡਲ ਅਲੱਗ-ਅਲੱਗ। ਰੂਸ ਦੇ ਵਿੱਚ ਮਜ਼ਦੂਰ ਜਮਾਤ ਮੇਨ ਫੋਰਸ ਹੈ, ਚੀਨ ਦੇ ਵਿੱਚ ਕਿਸਾਨੀ ਜੀ। ਤੇ ਕਲਾਸੀਕਲ ਮਾਰਕਸਿਜ਼ਮ 'ਚ ਤਾਂ ਚੀਨ ਦੇ ਇਨਕਲਾਬ ਨੂੰ ਉਹਨਾਂ ਨੇ ਮਾਨਤਾ ਹੀ ਨਹੀਂ ਦਿੱਤੀ। ਉਹ ਕਹਿੰਦੇ ਤਾਂ ਇਹ ਕਮਿਊਨਿਸਟ ਤਾਂ ਹੈ ਹੀ ਨਹੀਂ, ਇਹ ਤਾਂ ਕਿਸਾਨ ਹੈ। ਸੋ ਕਿਸਾਨ ਤਾਂ ਉਹਨਾਂ ਦਾ ਦੁਸ਼ਮਣ ਹੈ ਜਿਵੇਂ, ਕਿਉਂਕਿ ਤਾਂ ਸੋਚ ਹੀ ਉਹ ਕਹਿੰਦੇ ਇਹਦੀ ਸੋਚ ਤਾਂ ਹੈ ਹੀ ਮਾਲਕੀ ਵਾਲੀ, ਇਹਨੂੰ ਤਾਂ ਜ਼ਮੀਨ ਚਾਹੀਦੀ ਹੈ, ਇਹਦੀ ਲੜਾਈ ਇੰਨੀ ਹੈ। ਮਜ਼ਦੂਰ ਜਮਾਤ ਦੀ ਲੜਾਈ ਉੱਥੇ ਮੁੱਕਦੀ ਨਹੀਂ, ਕਿਉਂਕਿ ਉਹ ਫੈਕਟਰੀ ਤੇ ਇੱਕ ਮਜ਼ਦੂਰ ਕੀ ਕਰੂ ਵੀ, ਉਹ ਤਾਂ ਟੋਟਲ ਸਿਸਟਮ ਨੂੰ ਬਦਲ ਕੇ ਉਹਦਾ ਕੁਝ ਭਲਾ ਹੋਊ। ਪਰ ਕਿਸਾਨ ਦਾ ਤਾਂ ਇੱਥੇ ਆ ਜ਼ਮੀਨ ਮੈਨੂੰ ਮਿਲ ਜੇ, ਭਾਅ ਮਿਲ ਜਾਣ, ਉਹੀ ਤਾਂ ਗੱਲ ਖਤਮ ਹੈ। ਸੋ ਕਮਿਊਨਿਸਟਾਂ ਦੇ ਸਾਰੇ ਸਿਧਾਂਤ 'ਚ ਕਿਸਾਨੀ ਦਾ ਉਜਾੜਾ ਉਹ ਚਾਹੁੰਦੇ ਨੇ, ਉਹਨਾਂ ਦੇ ਸਾਰੇ ਥਾਵਾਂ 'ਤੇ ਹੋਇਆ ਕਿਸਾਨੀ, ਉਹਨਾਂ ਨੇ ਵੀ ਉਜਾੜੀ ਹੈ। ਰੂਸ ਦੇ ਵਿੱਚ ਬਹੁਤ ਜ਼ੁਲਮ ਹੋਏ ਨੇ। ਇੱਥੇ ਨਾਵਲ ਲਿਖਿਆ ਸੋਲਜੇਨਿਤਸਨ ਨੇ, ਸ਼ੋਲੋਖੋਵ ਨੇ, ਨਵੀਂ ਧਰਤੀ ਨਵੇਂ ਸਿਆਲ, 2 ਵਾਲੀਅਮ ਹੈ ਉਹਦੇ, ਤੁਸੀਂ ਉਹ ਦੇਖੋ। ਬਹੁਤ ਜ਼ਿਆਦਾ ਜ਼ੁਲਮ, ਮਤਲਬ ਲੋਕਾਂ ਨੂੰ ਨਾ ਉਹਨਾਂ ਤੋਂ ਜ਼ਮੀਨਾਂ ਖੋਹਣ ਵਾਸਤੇ, ਉਹਨਾਂ ਨੂੰ ਸਮੂਹ ਖੇਤੀ ਕਰਨ ਦੇ ਪ੍ਰੇਰਨ ਦੇ ਨਾਂ ਹੇਠ ਉਹਨਾਂ ਨਾਲ ਧੱਕੇ ਕਿਵੇਂ ਹੋਏ। ਸੋ ਇਸ ਤਰ੍ਹਾਂ ਦੀਆਂ, ਚਲੋ ਇਹ ਤਾਂ ਡਿਟੇਲ ਹੈ ਗੱਲਾਂ ਦਾ ਨਾ, ਤੇ ਇਹ ਤਾਂ ਇੱਥੇ ਪੋਸੀਬਲ ਨਹੀਂ ਵੀ ਆਪਾਂ ਇਸ ਤਰ੍ਹਾਂ ਕਰੀਏ, ਤਾਂ ਆਪਾਂ ਅਜੇ ਅਗਲੇ ਪ੍ਰੋਗਰਾਮ। ਹਾਂ। ਸੋ ਸੰਗਤ ਜੀ, ਇਹ ਸੀ ਜਿਹੜਾ ਅਸੀਂ ਰੂਸ ਦੇ ਇਨਕਲਾਬ ਦੀ ਗੱਲਬਾਤ ਕੀਤੀ ਆ ਕਿ ਕਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਜਿਹੜੀਆਂ ਉੱਥੇ ਪੈਦਾ ਹੋਈਆਂ, ਕਿਹੋ ਜਿਹੇ ਹਾਲਾਤ ਬਣੇ ਤੇ ਕਿਵੇਂ ਬਗਾਵਤ ਉੱਠੀ ਤੇ ਕਿਵੇਂ ਤਖਤਾ ਜਿਹੜਾ ਪਲਟ ਹੋਇਆ, ਕਿਵੇਂ ਇਹਨਾਂ ਦੇ ਹੱਥ ਦੇ ਵਿੱਚ ਤਾਕਤ ਆਈ ਹੈ। ਅਗਲੇ ਭਾਗ ਦੇ ਵਿੱਚ ਅਸੀਂ ਚੀਨ ਦੇ ਇਨਕਲਾਬ ਦੀ ਜਿਹੜੀ ਗੱਲਬਾਤ ਹੈ, ਜਾਣਕਾਰੀ ਆ, ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਸਾਰੀਆਂ ਗੱਲਾਂ ਨੂੰ, ਇਹ ਸਾਰੇ ਐਪੀਸੋਡਸ ਨੂੰ ਤੁਸੀਂ ਬੜੇ ਗੌਰ ਦੇ ਨਾਲ ਦੇਖਣਾ ਕਰਿਓ, ਇਹਨਾਂ ਬਾਰੇ ਪੜ੍ਹਨਾ ਕਰਿਓ। ਜਿਹੜੇ ਜ਼ਿਕਰ ਕਿਤਾਬਾਂ ਦੇ ਆਉਂਦੇ ਆ, ਅਸੀਂ ਉਹਦਾ ਵੀ ਡਿਟੇਲ ਪਾ ਦਾਂਗੇ, ਉਹਨਾਂ ਕਿਤਾਬਾਂ ਨੂੰ ਪੜ੍ਹਨਾ ਕਰਿਓ ਤੇ ਜਿੰਨਾ ਹੋ ਸਕੇ ਸਾਰੇ ਘੋਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਤਾਂ ਕਿ ਇੱਥੇ ਦੇ ਵਿੱਚ ਇਸ ਖਿੱਤੇ ਦੇ ਵਿੱਚ ਜੋ ਕੁਝ ਚੱਲਦਾ ਆ, ਜਾਂ ਜਿਸ ਤਰੀਕੇ ਦੇ ਨਾਲ ਕਾਮਰੇਡ ਆਪਣਾ
ਦਾਵਾ ਰੱਖਦੇ ਨੇ ਕਿ ਉਹ ਉਸ ਚੀਜ਼ ਦੇ ਉੱਤੇ ਪੂਰੇ ਵੀ ਉਤਰਦੇ ਨੇ ਜਾਂ ਇਹਨਾਂ ਦਾ ਦਾਵਾ ਜਿਹੜਾ ਉਹ ਇੱਥੇ ਵੀ ਫੋਕਾ ਹੀ ਆ। ਸੋ ਅਗਲੇ ਭਾਗ ਦੇ ਵਿੱਚ ਤੁਹਾਡੇ ਨਾਲ ਫਿਰ ਅਗਲੀ ਜਾਣਕਾਰੀ ਸਾਂਝੀ ਕਰਾਂਗੇ। ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।